ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਗੌੜੀ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਗੁਰਬਾਣੀ ਦੀ ਵਿਚਾਰ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 20 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 21ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ, ਪਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 312 ਤੇ ਅੰਕਿਤ। ਸ਼ਲੋਕ ਮਹਿਲਾ ਚੌਥਾ। ਸਾਕਤ ਜਾਏ ਨਿਵਹਿ ਗੁਰ ਆਗੈ, ਮਨ ਖੋਟੇ ਕੂੜ ਕੂੜਿਆਰੇ। ਸਾਕਤ ਦਾ ਮਤਲਬ ਰੱਬ ਨਾਲੋਂ ਟੁੱਟੇ ਹੋਏ। ਨਿਵਹਿ ਸ਼ਬਦ ਨੂੰ ਨਾਸਕੀ ਬੋਲਾਂਗੇ, ਬਿੰਦੀ ਲਗਾ ਕੇ ਨਿਵਹਿ, ਕਿਉਂਕਿ ਇਹ ਬਹੁਵਚਨੀ ਸ਼ਬਦ ਹੈ। ਜਦੋਂ ਵੀ ਕਿਸੇ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਦੇ ਨਾਲ ਸਿਹਾਰੀ ਹੋਵੇ ਤਾਂ ਉਹ ਸ਼ਬਦ ਆਮ ਕਰਕੇ ਬਹੁਵਚਨੀ ਹੁੰਦਾ ਹੈ। ਸਾਕਤ ਸ਼ਬਦ ਦਾ ਤੱਤਾ ਵੀ ਮੁਕਤਾ ਹੈ, ਕਿਉਂਕਿ ਇਹ ਬਹੁਵਚਨੀ ਸ਼ਬਦ ਹੈ। ਜੇ ਇੱਕ ਸਾਕਤ ਦੀ ਗੱਲ ਹੁੰਦੀ ਤਾਂ ਤੱਤੇ ਦੇ ਥੱਲੇ ਔਂਕੜ ਆਉਣਾ ਚਾਹੀਦਾ ਸੀ, ਤੇ ਫਿਰ ਨਿਵਹਿ ਸ਼ਬਦ ਨਹੀਂ ਸੀ ਆਉਣਾ, ਫਿਰ ਨਿਵਹਿ ਹੋਣਾ ਸੀ ਨੰਨੇ ਨਾਲ ਸਿਹਾਰੀ ਤੇ ਵੱਵੇ ਨਾਲ ਦਲਾਵਾਂ। ਸਾਕਤ ਜਾਏ ਨਿਵਹਿ ਗੁਰ ਆਗੈ, ਮਨ ਖੋਟੇ ਕੂੜ ਕੂੜਿਆਰੇ। ਮਨ ਦੇ ਨੰਨੇ ਨਾਲ ਸਿਹਾਰੀ ਦਾ ਮਤਲਬ ਮਨ ਕਰਕੇ, ਮਨੋ। ਸਾਕਤ ਮਨੁੱਖ ਸਤਿਗੁਰ ਦੇ ਅੱਗੇ ਜੇਕਰ ਜਾ ਵੀ ਨਿਵਣ, ਸੱਚ ਨਾਲੋਂ ਟੁੱਟੇ ਹੋਏ, ਰੱਬੀ ਗੁਣਾ ਨਾਲੋਂ ਟੁੱਟੇ ਹੋਏ, ਗੁਰੂ ਦੇ ਅੱਗੇ ਜਾ ਕੇ ਨਿਮ ਵੀ ਜਾਣ, ਤਾਂ ਵੀ ਉਹ ਮਨੋਂ ਖੋਟੇ ਰਹਿੰਦੇ ਨੇ ਔਰ ਕੂੜ ਦੇ ਵਪਾਰੀ ਬਣੇ ਰਹਿੰਦੇ ਨੇ। ਕੂੜਿਆਰੇ ਦਾ ਮਤਲਬ ਕੂੜ ਦੇ ਵਪਾਰੀ, ਝੂਠ ਬੋਲਣਾ, ਮਾੜੀ ਜ਼ਿੰਦਗੀ ਜੀਣੀ। ਕਈ ਵਾਰ ਬੰਦਾ ਵਿਖਾਵੇ ਦੇ ਤੌਰ ਤੇ ਜਾ ਕੇ ਮੱਥਾ ਟੇਕ ਦਿੰਦਾ ਹੈ, ਪਰ ਕਿਉਂਕਿ ਉਹਦੀ ਜ਼ਿੰਦਗੀ ਦਾ ਗੋਲ ਨਹੀਂ ਹੁੰਦਾ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣਾ, ਤਾਂ ਗੁਰੂ ਦੇ ਅੱਗੇ ਮੱਥਾ ਟੇਕਣ ਤੋਂ ਬਾਅਦ, ਨਿਵਣ ਤੋਂ ਬਾਅਦ ਵੀ ਮਨ ਕਰਕੇ ਉਹ ਖੋਟਾ ਹੀ ਰਹਿੰਦਾ ਹੈ ਔਰ ਕੂੜ ਦਾ ਵਪਾਰੀ ਬਣਿਆ ਰਹਿੰਦਾ ਹੈ। ਇਸ ਲਈ ਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਸਮਝਾਇਆ ਵੀ ਹੈ ਕਿ ਸੀਸ ਨਿਵਾਏ ਕਿਆ ਥੀਐ, ਜਾਂ ਹਿਰਦੇ ਕਸੁੱਧੇ ਜਾਹੇ। ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਹੇ, ਸੀਸ ਨਿਵਾਏ ਕਿਆ ਥੀਐ, ਜਾਂ ਹਿਰਦੇ ਕਸੁੱਧੇ ਜਾਹੇ। ਜਿਵੇਂ ਸ਼ਿਕਾਰ ਨੂੰ ਮਾਰਨ ਵਾਲਾ ਸ਼ਿਕਾਰੀ ਗੋਡਿਆਂ ਪਰਨੇ ਹੋ ਕੇ ਨਿਮ ਨਿਮ ਕੇ ਤੁਰਦਾ ਹੈ, ਤੇ ਹੁਣ ਇਸ ਕਰਕੇ ਨਹੀਂ ਨਿਮ ਰਿਹਾ ਕਿ ਉਹ ਹਿਰਨ ਜਾਂ ਸ਼ਿਕਾਰ ਨੂੰ ਮੱਥਾ ਟੇਕਣਾ ਚਾਹੁੰਦਾ ਹੈ, ਜਾਂ ਹਿਰਨ ਦਾ ਜਾਂ ਸ਼ਿਕਾਰ ਦਾ ਸਤਿਕਾਰ ਕਰ ਰਿਹਾ ਹੈ। ਉਹ ਤੇ ਨਿਮ ਨਿਮ ਕੇ ਇਸ ਕਰਕੇ ਜਾ ਰਿਹਾ ਹੈ ਕਿ ਹਿਰਨ ਨੂੰ ਜਾਂ ਸ਼ਿਕਾਰ ਨੂੰ ਮੈਂ ਦਿਸਾਂ ਨਾ, ਮੈਂ ਉਹਦੇ ਨਜ਼ਦੀਕ ਚਲਾ ਜਾਵਾਂ, ਉਹ ਮੇਰੀ ਗੋਲੀ ਦੀ ਮਾਰ ਵਿੱਚ ਆ ਜਾਏ, ਤੇ ਜਦੋਂ ਵੀ ਉਹ ਮਾਰ ਵਿੱਚ ਆਉਂਦਾ ਸ਼ਿਕਾਰ ਨੂੰ ਤੀਰ ਜਾਂ ਗੋਲੀ ਮਾਰਦਾ। ਹੁਣ ਉਹਦਾ ਨਿਮਣਾ ਧੋਖੇ ਵਾਸਤੇ ਹੈ। ਐਵੇਂ ਗੁਰੂ ਜੀ ਕਹਿੰਦੇ ਨੇ ਵੀ ਸ਼ੀਸ਼ ਨਿਵਾਨ ਨਾਲ ਕੀ ਹੋਏਗਾ ਜੇਕਰ ਸੋਚ ਚੰਗੀ ਨਹੀਂ। ਜੇ ਮਾਨਸਿਕਤਾ ਮੈਲੀ ਹੈ, ਵਿਚਾਰ ਮੈਲੇ ਨੇ, ਸੋਚ ਅੰਦਰੋਂ ਮਾੜੀ ਹੈ ਹੀਰਾਫੇਰੀ ਵਾਲੀ, ਤਾਂ ਮੱਥਾ ਟੇਕਣ ਦਾ ਕੋਈ ਲਾਭ ਨਹੀਂ ਹੈ। ਐਵੇਂ ਗੁਰੂ ਜੀ ਕਹਿੰਦੇ ਨੇ ਜੇ ਸ਼ਕਤੀ ਦਾ ਪੁਜਾਰੀ ਜੋ ਰੱਬ ਨਾਲੋਂ ਟੁੱਟਿਆ ਹੈ, ਗੁਰੂ ਦੇ ਅੱਗੇ ਜਾ ਵੀ ਨਿਵੇਂ ਤਾਂ ਉਹ ਮਨ ਦਾ ਖੋਟਾ ਰਹਿੰਦਾ ਹੈ ਔਰ ਕੂੜ ਦਾ ਵਪਾਰੀ ਉਹ ਬਣੇ ਰਹਿੰਦੇ ਨੇ। ਜਾਂ ਗੁਰ ਕਹੈ ਉਠੋ ਮੇਰੇ ਭਾਈ, ਬਹਿ ਜਾਹੇ ਕੁਸਰ ਬਗੁਲਾਰੇ। ਕੁਸਰ ਦਾ ਮਤਲਬ ਕੁਸਰ ਕੇ, ਬਗੁਲਾਰੇ ਦਾ ਮਤਲਬ ਬਗਲੇ ਦੀ ਤਰ੍ਹਾਂ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਗੁਰੂ ਸਿੱਖਾਂ ਨੂੰ ਕਹਿੰਦਾ ਉਠੋ, ਉਠੋ ਦਾ ਮਤਲਬ ਸੁਚੇਤ ਹੋਵੋ, ਸੱਚੀ ਜ਼ਿੰਦਗੀ ਜੀਵੋ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤਾਂ ਜਦੋਂ ਗੁਰੂ ਸਿੱਖਾਂ ਨੂੰ ਕਹਿੰਦਾ ਨਾ ਸੁਚੇਤ ਹੋਵੋ, ਸ਼ੁਭ ਗੁਣਾਂ ਦੇ ਨਾਲ ਜੁੜੋ, ਚੰਗੀ ਕਰਨੀ ਕਰੋ, ਬਹਿ ਜਾਹੇ ਕੁਸਰ ਬਗੁਲਾਰੇ, ਤਾਂ ਸਾਕਤ ਵੀ ਬਗਲਿਆਂ ਦੀ ਤਰ੍ਹਾਂ ਵਿੱਚ ਕੁਸੜ ਕੇ ਬਹਿ ਜਾਂਦਾ। ਜਿਵੇਂ ਕਿਤੇ ਹੰਸ ਬੈਠੇ ਹੋਣ ਤੇ ਹੰਸਾਂ ਦੇ ਵਿੱਚ ਬਗਲਾ ਵੀ ਜਾ ਬੈਠੇ, ਤਾਂ ਉਹ ਵੀ ਕੁਸੜ ਮੁਸੜ ਕੇ ਆਰਾਮ ਦੇ ਨਾਲ ਬੈਠਾ ਰਹਿੰਦਾ ਵਿਖਾਵੇ ਤੌਰ ਤੇ।
ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੇ ਲੱਧੋ ਵਾਰੇ। ਲੱਧੋ ਵਾਰੇ ਦਾ ਮਤਲਬ ਲਾਦ ਵੇਲੇ, ਪਰਖ ਵੇਲੇ, ਜਦੋਂ ਪਰਖ ਕੀਤੀ ਜਾਂਦੀ ਹੈ ਤਾਂ ਗੁਰਸਿੱਖਾਂ ਦੇ ਅੰਦਰ ਸਤਿਗੁਰ ਵਰਤ ਰਿਹਾ ਹੈ। ਮੀਨਸ ਉਹਨਾਂ ਦੀ ਸੋਚ ਦੇ ਅੰਦਰ ਗੁਰੂ ਦੇ ਸਿਧਾਂਤ ਨੇ, ਗੁਰੂ ਦਾ ਵਿਚਾਰਧਾਰਾ ਹੈ, ਗੁਰਮਤ ਆਸ਼ੇ ਅਨੁਸਾਰ ਉਹ ਜ਼ਿੰਦਗੀ ਜੀਂਦੇ ਨੇ। ਉਹਨਾਂ ਦਾ ਅੱਖਾਂ ਦੇ ਨਾਲ ਤੱਕਣਾ, ਉਹਨਾਂ ਦਾ ਕੰਨਾਂ ਦੇ ਨਾਲ ਸੁਣਨਾ, ਜ਼ਬਾਨ ਨਾਲ ਬੋਲਣਾ, ਪੈਰਾਂ ਨਾਲ ਚੱਲਣਾ, ਹੱਥਾਂ ਨਾਲ ਕਰਨਾ, ਮਨ ਦੀ ਸੋਚ ਉਹ ਗੁਰਮਤ ਆਸ਼ੇ ਅਨੁਸਾਰ ਹੁੰਦੀ ਹੈ। ਤੇ ਜਦੋਂ ਪਰਖ ਕੀਤੀ ਜਾਂਦੀ ਹੈ ਨਾ, ਉਦੋਂ ਫਿਰ ਉਹਨਾਂ ਨੂੰ ਵੱਖਰਿਆਂ ਕੱਢ ਦਿੱਤਾ ਜਾਂਦਾ ਹੈ। ਉਦੋਂ ਵੱਖਰੇ ਹੋ ਜਾਂਦੇ ਨੇ, ਪਰਖ ਦੇ ਵਿੱਚ ਪੂਰੇ ਉਤਰਦੇ ਨਹੀਂ ਹਨ, ਕਿਉਂਕਿ ਉਹਨਾਂ ਦੀ ਨਜ਼ਰ ਵੀ ਮਾੜੀ ਹੋਏਗੀ, ਉਹਨਾਂ ਦੀ ਬੋਲਬਾਣੀ ਮਾੜੀ ਹੋਏਗੀ, ਸੋਚ ਮਾੜੀ ਹੈ। ਤਾਂ ਜਦੋਂ ਪਰਖ ਹੋਏਗੀ, ਪਰਖ ਦੇ ਵੇਲੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਏਗਾ, ਭਾਵ ਕਿ ਉਹ ਛੁਪੇ ਹੋਏ ਰਹਿ ਨਹੀਂ ਸਕਦੇ। ਜਿਵੇਂ ਹੰਸਾਂ ਦੇ ਵਿੱਚ ਜਾ ਕੇ ਬਗਲਾ ਬਹਿ ਜਾਏ ਤਾਂ ਹੰਸ ਸਭਾ ਵਿੱਚ ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਜੋੜ ਕਦੇ ਨਾ ਆਵੇ, ਉਹਨਾਂ ਨਾਲ ਜੋੜ ਨਹੀਂ ਹੁੰਦਾ। ਕਿਉਂ? ਕਿ ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਵੇ। ਹੰਸਾਂ ਦਾ ਖਾਣਾ ਕੀਮਤੀ ਹੈ ਤੇ ਬਗਲੇ ਨੇ ਡੱਡੀਆਂ ਮੱਛੀਆਂ ਖਾਣੀਆਂ ਨੇ। ਉੱਡਰ ਆਵੇ ਚਾਰਾ ਬਗਲਾ, ਮਤ ਹੋਵੇ ਮੰਝ ਲਿਖਾਵੇ। ਫਿਰ ਵਿਚਾਰਾ ਬਗਲਾ ਉੱਥੋਂ ਉੱਡ ਜਾਂਦਾ ਹੈ, ਕਿਉਂਕਿ ਉਹਨਾਂ ਦਾ ਨਾਲ ਤਾਲਮੇਲ ਬਹਿੰਦਾ ਨਹੀਂ ਹੈ। ਇਸ ਲਈ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੇ ਲੱਧੋ ਵਾਰੇ। ਗੁਰਸਿੱਖਾਂ ਦੇ ਹਿਰਦੇ ਵਿੱਚ ਸਤਿਗੁਰ ਵਸਦਾ ਹੈ। ਇਸ ਕਰਕੇ ਸਿੱਖਾਂ ਵਿੱਚ ਰਲ ਕੇ ਬੈਠੇ ਹੋਏ ਵੀ ਸਾਖਤ ਲਾਦ ਦੇ ਵੇਲੇ ਚੁਣ ਕੇ ਵੱਖਰੇ ਕੱਢ ਦਿੱਤੇ ਜਾਂਦੇ ਨੇ। ਯਾਨੀ ਮਨੁੱਖ ਦਾ ਸੋਚ ਤੋਂ, ਵਿਹਾਰ ਤੋਂ ਪਤਾ ਲੱਗ ਜਾਂਦਾ ਹੈ ਕਿ ਮਨੁੱਖ ਕੈਸਾ ਹੈ। ਬਾਹਰੀ ਤੌਰ ਤੇ ਪੁਸ਼ਾਕ ਸਾਰਿਆਂ ਦੀ ਇੱਕੋ ਜੈਸੀ ਹੋ ਸਕਦੀ ਹੈ, ਬਾਹਰੀ ਤੌਰ ਤੇ ਇਨਸਾਨ ਸਾਰੇ ਹੀ ਇੱਕੋ ਜਿਹੇ ਨੇ। ਹਿੰਦੂ, ਮੁਸਲਮਾਨ, ਸਿੱਖ, ਈਸਾਈ ਹੁਣ ਸਰੀਰਕ ਤੌਰ ਤੇ ਸਾਰੇ ਇੱਕੋ ਜਿਹੇ ਨੇ, ਲੇਕਿਨ ਇਨਸਾਨੀਅਤ ਕਿਹਦੇ ਅੰਦਰ ਹੈ, ਇਹ ਤਾਂ ਗੁਣਾਂ ਤੋਂ ਔਰ ਸੋਚ ਤੋਂ ਹੀ ਪਤਾ ਲੱਗੇਗਾ। ਇਸੇ ਤਰ੍ਹਾਂ ਗੁਰਸਿੱਖਾਂ ਵਾਲਾ ਪਹਿਨਾਵਾ ਕੋਈ ਵੀ ਪਹਿਨ ਸਕਦਾ ਹੈ, ਪਰ ਪਤਾ ਤਾਂ ਕਰਮ ਤੋਂ ਲੱਗਣਾ ਹੈ ਨਾ, ਕਿ ਉਹਦਾ ਸੁਭਾਅ, ਉਹਦੀ ਬੋਲ ਚਾਲ। ਉਦੋਂ ਫਿਰ ਇਹ ਪਰਖ ਹੋ ਜਾਏਗੀ ਕਿ ਇਹ ਗੁਰਸਿੱਖ ਨਹੀਂ ਹੈ, ਇਹ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਨਹੀਂ। ਉਹ ਅੱਗੇ ਪਿੱਛੇ ਬਹਿਮੂਹ ਛਪਾਇਨ, ਨਾ ਰਲਨੀ ਖੂਟਿਆਰੇ। ਉਹ ਅਗਾਂ ਪਿੱਛਾਂ ਬਹਿ ਕੇ ਮੂੰਹ ਤੇ ਬਥੇਰਾ ਲੁਕਾਉਂਦੇ ਨੇ, ਛਿਪਣ ਦਾ ਯਤਨ ਕਰਦੇ ਨੇ, ਪਰ ਨਾ ਰਲਨੀ ਖੂਟਿਆਰੇ। ਖੂਟਿਆਰੇ ਦਾ ਮਤਲਬ ਖੋਟੇ, ਕੂੜ ਦੇ ਵਪਾਰੀ। ਉਹ ਸੱਚ ਦੇ ਵਿੱਚ ਰਲ ਨਹੀਂ ਸਕਦੇ। ਮੂੰਹ ਤਾਂ ਛੁਪਾਉਣ ਦਾ ਯਤਨ ਕਰਦੇ ਨੇ, ਬਾਹਰੀ ਤੌਰ ਤੇ ਉਹ ਬਨਾਵਟ ਕਰਨ ਦਾ ਯਤਨ ਕਰਦੇ ਨੇ, ਮੱਥਾ ਵੀ ਟੇਕਦੇ ਨੇ, ਉਹ ਬਾਣੀ ਵੀ ਪੜ੍ਹਦੇ ਦਿਸਣਗੇ, ਪਹਿਨਾਵਾ ਵੀ ਹੋਏਗਾ, ਲੇਕਿਨ ਕਰਮ ਔਰ ਸੋਚ ਜਿਹੜੀ ਹੈ ਉਥੋਂ ਪਤਾ ਲੱਗ ਜਾਏਗਾ ਅਸਲ ਦੇ ਵਿੱਚ ਬਿਹੇਵੀਅਰ ਕੈਸਾ ਹੈ, ਸੋਚ ਕੈਸੀ ਹੈ। ਤਾਂ ਜਿਹੜਾ ਖੋਟਾ ਬੰਦਾ ਹੈ ਨਾ, ਉਹ ਰਲ ਨਹੀਂ ਪਾਏਗਾ ਸੱਚਿਆਂ ਦੇ ਅੰਦਰ, ਆਖਿਰ ਉਹਦੀ ਪਹਿਚਾਣ ਹੋ ਜਾਏਗੀ। ਉਹਨਾਂ ਦਾ ਪੱਖ ਸੋ ਉਥੇ ਨਾਹੀਂ, ਜਾਏ ਕੂੜ ਲਹਿਨ ਭੇਡਾਰੇ। ਭੇਡਾਰੇ ਦਾ ਮਤਲਬ ਭੇਡਾਂ ਦੀ ਤਰ੍ਹਾਂ, ਪੱਖ ਦਾ ਮਤਲਬ ਹੈਗਾ ਖਾਜਾ, ਖੁਰਾਕ। ਉਥੇ ਨਾਹੀਂ ਦਾ ਮਤਲਬ ਸਤਸੰਗਤ ਵਿੱਚ, ਗੁਰੂ ਦੀ ਹਜ਼ੂਰੀ ਵਿੱਚ, ਗੁਰਸਿੱਖਾਂ ਦੇ ਵਿੱਚ। ਕੂੜ ਦਾ ਮਤਲਬ ਝੂਠ। ਹੁਣ ਜੋ ਸਾਕਤ ਪੁਰਸ਼ ਹੈ, ਸੱਚ ਨਾਲੋਂ ਟੁੱਟਿਆ ਹੋਇਆ ਹੈ, ਉਹਦਾ ਖਾਣਾ, ਉਹਦੀ ਖੁਰਾਕ, ਮਾਨਸਿਕ ਖੁਰਾਕ ਉੱਥੇ ਨਹੀਂ ਹੈ। ਇਸ ਲਈ ਉਹ ਭੇਡਾਂ ਵਾਂਗ ਕਿਸੇ ਕੂੜ ਦੇ ਢੇਰ ਤੇ ਜਾਏਗਾ। ਜਿਵੇਂ ਭੇਡਾਂ ਗੰਦਗੀ ਖਾਂਦੀਆਂ ਨੇ, ਤਾਂ ਭੇਡਾਂ ਦੀ ਤਰ੍ਹਾਂ ਉਹ ਬੰਦਾ ਫਿਰ ਉਸ ਖੁਰਾਕ ਨੂੰ ਛੱਡ ਕੇ ਕੂੜ ਨੂੰ ਲੱਭੇਗਾ, ਕਿਉਂਕਿ ਉੱਥੇ ਉਹਦੀ ਖੁਰਾਕ ਨਹੀਂ ਹੈ। ਗੁਰੂ ਦੀ ਹਜ਼ੂਰੀ ਦੇ ਅੰਦਰ ਜੋ ਸਾਨੂੰ ਖੁਰਾਕ ਦਿੱਤੀ ਜਾ ਰਹੀ ਹੈ, ਉਹ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਸ਼ੁਭ ਜਜ਼ਬੇ ਨੇ, ਇਨਸਾਨੀਅਤ ਵਾਲੀ। ਹੁਣ ਇਹ ਖੁਰਾਕ ਕੂੜ ਦੇ ਵਪਾਰੀ ਨੂੰ ਪਸੰਦ ਨਹੀਂ ਹੈ। ਉਹਦੀ ਖੁਰਾਕ ਹੈ ਈਰਸ਼ਾ, ਦਵੈਸ਼, ਵੈਰ, ਵਿਰੋਧ, ਚੁਗਲੀ, ਨਿੰਦਾ, ਝੂਠ, ਫਰੇਬ ਉੱਥੇ ਟਿਕੇਗਾ ਹੀ ਨਹੀਂ। ਇਸ ਲਈ ਉਹ ਕੂੜ ਦੇ ਵਪਾਰੀਆਂ ਵਿੱਚ ਚਲਾ ਜਾਏਗਾ, ਉਸ ਰਾਸਤੇ ਨੂੰ ਛੱਡ ਜਾਏ। ਜੇ ਸਾਕਤ ਨਰ ਖਾਵਾਈਐ ਲੋਚੀਐ, ਬਿਖ ਕੱਢੈ ਮੁਖ ਉਗਲਾਰੇ।
ਮੁਖ ਦਾ ਮਤਲਬ ਮੂੰਹ ਰਾਹੀਂ, ਬਿਖ ਦਾ ਮਤਲਬ ਜ਼ਹਿਰ, ਲੋਚੀਏ ਦਾ ਮਤਲਬ ਚਾਹੀਏ, ਲੋਚੀਏ ਦਾ ਮਤਲਬ ਜੇ ਅਸੀਂ ਚਾਹੀਏ, ਤੇ ਖਵਾਈਏ ਦਾ ਮਤਲਬ ਖਵਾਣਾ। ਜੇ ਸਾਕਤ ਮਨੁੱਖ ਨੂੰ ਚੰਗਾ ਪਦਾਰਥ ਖਵਾਉਣ ਦੀ ਇੱਛਾ ਵੀ ਕਰੀਏ, ਚੰਗਾ ਪਦਾਰਥ ਮਤਲਬ ਸੱਚ, ਦਇਆ, ਪ੍ਰੇਮ, ਮੁਹੱਬਤ, ਨਿਰਭੈਤਾ, ਨਿਰਵੈਰਤਾ, ਇਹ ਚੰਗੇ ਗੁਣ ਦੇਣ ਦਾ ਯਤਨ ਕਰੀਏ, ਤਾਂ ਬਿਖ ਕੱਢੇ ਮੁਖ ਉਗਲਾਰੇ, ਉਹ ਮੂੰਹ ਦੇ ਅੰਦਰੋਂ ਜ਼ਹਿਰ ਹੀ ਉਗਲਦਾ ਹੈ। ਉਹ ਮੂੰਹ ਦੇ ਵਿੱਚੋਂ ਜ਼ਹਿਰ ਉਗਲੇਗਾ, ਜ਼ੁਬਾਨ ਤੋਂ ਜ਼ਹਿਰ ਉਗਲੇਗਾ। ਉਹ ਇਹ ਕਹੇਗਾ ਮੈਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ। ਉਹ ਫਿਰ ਵੀ ਕਿਸੇ ਦੀ ਨਿੰਦਾ ਕਰੇਗਾ, ਬਦਖੋਈ ਕਰੇਗਾ, ਝੂਠ ਬੋਲੇਗਾ, ਪਾਪ ਵਾਲੇ ਬੋਲ ਬੋਲੇਗਾ, ਮਾੜੇ ਕਰਮ ਕਰੇਗਾ। ਬਹੁਤ ਸਾਰੇ ਲੋਕ ਨੇ ਨਾ, ਬਿਰਤੀ ਬਣ ਗਈ ਹੁੰਦੀ ਐ ਐਸੀ। ਗੁਰੂ ਜੀ ਨੇ 2-3 ਮਿਸਾਲਾਂ ਵੀ ਦਿੱਤੀਆਂ ਨੇ। ਕਹਿਣ ਲੱਗੇ, ਦਾਦਰ ਤੂੰ ਕਭੇ ਨਾ ਜਾਣਸ ਰੇ, ਪਖਸ ਸਿਵਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਖਸ ਰੇ। ਜਿਵੇਂ ਡੱਡੂ ਹੈ ਪਾਣੀ ਦੇ ਅੰਦਰ ਤੇ ਗੰਦਗੀ ਹੈ ਪਾਣੀ ਵਿੱਚ, ਉਸ ਗੰਦੇ ਪਾਣੀ ਦੇ ਅੰਦਰ ਕਮਲ ਦਾ ਫੁੱਲ ਵੀ ਖਿੜਿਆ ਹੋਇਆ। ਭੌਰਾ ਜਿਹੜਾ ਹੈ ਉਹ ਫੁੱਲ ਦੇ ਵਿੱਚੋਂ ਜਾ ਕੇ ਮਕਰੰਦ ਰਸ ਚੂਸਦਾ ਹੈ, ਪਰ ਜੋ ਮੈਂਡਕ ਹੈ ਉਹ ਗੰਦਗੀ ਖਾ ਰਿਹਾ। ਕਮਲ ਦੇ ਫੁੱਲ ਦੇ ਕੋਲ ਬੈਠਾ ਵੀ। ਮੈਂਡਕ ਦਾ ਕੁਦਰਤੀ ਸੁਭਾਅ ਹੈ, ਕੁਦਰਤ ਨੇ ਉਹਨੂੰ ਬਣਾਇਆ ਐਸਾ ਹੈ, ਇਸ ਲਈ ਉਹ ਫੁੱਲ ਨੂੰ ਨਹੀਂ ਖਾਏਗਾ, ਫੁੱਲ ਚੋਂ ਮਕਰੰਦ ਰਸ ਨਹੀਂ ਮਾਣੇਗਾ, ਗੰਦਗੀ ਖਾਏਗਾ, ਸੁਭਾਅ ਹੈ ਨਾ। ਦੂਜੀ ਮਿਸਾਲ ਗੁਰੂ ਜੀ ਨੇ ਲਈ ਚਿੱਚੜ ਦੀ। ਆਪ ਕਹਿਣ ਲੱਗੇ, ਆਪਣਾ ਆਪ ਤੂੰ ਕਬਹੁ ਨਾ ਛੋੜਸ, ਪਿਸਨ ਪ੍ਰੀਤ ਜਿਉ ਰੇ। ਪਿਸਨ ਦਾ ਮਤਲਬ ਚਿੱਚੜ। ਗਾਂ ਮੱਝ ਦੇ ਥਣ ਦੇ ਉੱਤੇ ਚਿੱਚੜ ਲੱਗਾ ਹੋਇਆ ਹੈ, ਕੱਟੀ ਕੱਟਾ ਉਥੋਂ ਦੁੱਧ ਪੀ ਰਿਹਾ, ਲੇਕਿਨ ਚਿੱਚੜ ਲਹੂ ਪੀ ਰਿਹਾ, ਕਿਉਂਕਿ ਸੁਭਾਅ ਹੈ ਨਾ ਖੂਨ ਪੀਣ ਦਾ। ਦੁੱਧ ਦੇ ਸੋਮੇ ਦੇ ਉੱਤੇ ਹੁੰਦਾ ਵੀ ਉਹ ਖੂਨ ਪੀ ਰਿਹਾ। ਤੀਜੀ ਮਿਸਾਲ ਦਿੱਤੀ ਗੁਰੂ ਜੀ ਨੇ ਕੁੱਤੇ ਦੀ ਪੂਛ ਦੀ। ਸਵਾਨ ਪੂਛ ਜਿਉ ਭਇਓ ਨਾ ਸੂਧੂ। ਜਿਵੇਂ ਕੁੱਤੇ ਦੀ ਪੂਛ ਟੇਢੀ ਰਹਿੰਦੀ ਹੈ, ਸਿੱਧੀ ਨਹੀਂ ਹੁੰਦੀ, ਤਾਂ ਐਵੇਂ ਤੂੰ ਵੀ ਕੁੱਤੇ ਦੀ ਪੂਛ ਦੀ ਤਰ੍ਹਾਂ ਸਿੱਧਾ ਨਹੀਂ ਹੋ ਰਿਹਾ, ਚਿੱਚੜ ਦੀ ਤਰ੍ਹਾਂ ਤੂੰ ਵੀ ਆਪਣਾ ਸੁਭਾਅ ਬਣਾ ਲਿਆ ਹੈ, ਮੈਂਡਕ ਦੀ ਤਰ੍ਹਾਂ ਸੁਭਾਅ ਬਣਾ ਲਿਆ। ਹੁਣ ਜਿੰਨੇ ਸੁਭਾਅ ਹੀ ਬਣਾ ਲਿਆ ਝੂਠ ਫਰੇਬ ਦਾ, ਜੇ ਉਹਨੂੰ ਆਮ ਬੰਦਾ ਚੰਗੇ ਪਾਸੇ ਲਾਣਾ ਚਾਹੇ ਤੇ ਨਹੀਂ ਲੱਗਦਾ। ਬਹੁਤੇ ਲੋਕ ਨੇ, ਉਹਨਾਂ ਦੇ ਰਿਸ਼ਤੇਦਾਰਾਂ ਨੇ, ਸੱਜਣਾ ਮਿੱਤਰਾਂ ਨੇ ਕਿੰਨਾ ਸਮਝਾਇਆ ਹੈ, ਪਰ ਉਹ ਨਹੀਂ ਸਮਝੇ, ਡਰੱਗੀ ਹੋ ਗਏ ਨੇ, ਆਪਣੀਆਂ ਪ੍ਰਾਪਰਟੀਆਂ ਖਰਾਬ ਕਰ ਲਈਆਂ ਨੇ, ਘਰ ਖਰਾਬ ਕਰ ਲਏ ਨੇ, ਪਰ ਮੰਨੀ ਨਹੀਂ, ਕਿਉਂਕਿ ਸੁਭਾਅ ਬਣ ਗਿਆ ਨਾ ਸਾਖਤ। ਗੁਰੂ ਜੀ ਕਹਿੰਦੇ ਨੇ, ਹਰ ਸਾਕਤ ਸੇਤੀ ਸੰਗ ਨਾ ਕਰਿਓ, ਓਏ ਮਾਰੇ ਸਿਰਜਣਹਾਰੇ। ਕਿ ਜੋ ਰੱਬ ਨਾਲੋਂ ਟੁੱਟਿਆ ਹੋਇਆ ਹੈ, ਜੋ ਰੱਬੀ ਰਜਾ ਵਿੱਚ ਨਹੀਂ ਚੱਲ ਰਿਹਾ, ਜੋ ਰੱਬੀ ਗੁਣਾਂ ਦਾ ਧਾਰਨੀ ਨਹੀਂ, ਜਿਹਦੇ ਅੰਦਰ ਪਾਪ, ਵਿਕਾਰ, ਅਪਰਾਧ ਨੇ, ਜੋ ਵਿਚਾਰੀ ਹੈ, ਅਤਿਆਚਾਰੀ ਹੈ, ਚੋਰੀਆਂ, ਬੇਈਮਾਨੀਆਂ ਕਰਦਾ ਹੈ, ਗੁਰੂ ਜੀ ਕਹਿੰਦੇ ਨੇ ਉਹਦਾ ਭੁੱਲ ਕੇ ਵੀ ਸੰਗ ਨਾ ਕਰਿਆ ਜੇ, ਉਹਦੀ ਸੰਗਤ ਨਾ ਕਰਿਓ, ਕਿਉਂਕਿ ਉਹ ਮਾਰੇ ਸਿਰਜਣਹਾਰੇ। ਉਹਨਾਂ ਨੂੰ ਸਿਰਜਣਹਾਰ ਪ੍ਰਭੂ ਨੇ ਆਪ ਆਤਮਿਕ ਮੌਤ ਤੇ ਮਾਰਿਆ ਹੋਇਆ ਹੈ। ਆਤਮਿਕ ਮੌਤ ਤੇ ਮਰੇ ਹੋਏ ਨੇ, ਰੱਬ ਵੱਲੋਂ ਦੁਰਕਾਰੇ ਹੋਏ ਨੇ, ਫਿੱਟ ਕੇ ਟੁੱਟੇ ਹੋਏ ਨੇ, ਆਤਮਿਕ ਮੌਤ ਤੇ ਮਾਰੇ ਗਏ ਨੇ ਸਿਸਟਮ ਦੇ ਵਿੱਚ। ਉਹਨਾਂ ਦੀ ਸੰਗਤ ਨਾ ਕਰਿਓ। ਸੰਗਤ ਜਿਹੜਾ ਬੰਦਾ ਕਰੇਗਾ ਉਹਦੇ ਅੰਦਰ ਔਗਣ ਆ ਜਾਣਗੇ। ਬਾਸਨ ਕਾਰੋ ਪਰਸੀਏ ਤੋ ਕੁਛ ਲਾਗੇ ਦਾਗ। ਜੇ ਕਾਲੇ ਭਾਂਡੇ ਨੂੰ ਟੱਚ ਕਰੋਗੇ ਨਾ, ਕੋਈ ਦਾਗ ਲੱਗ ਜਾਏਗਾ। ਪਰ ਜਿੰਨੇ ਵੀ ਕਰਮ ਕਾਂਡ ਨੇ ਦੁਨੀਆ ਦੇ ਵਿੱਚ ਕਿਉਂ ਫੈਲੇ, ਜੇ ਅਸੀਂ ਧਾਰਮਿਕ ਦੁਨੀਆ ਦੀ ਗੱਲ ਕਰੀਏ ਤਾਂ ਜਿੰਨੇ ਵੀ ਕਰਮ ਕਾਂਡ ਨੇ, ਵਰਤਨ ਰਾਤੇ ਸਰਾਧ ਵਗੈਰਾ ਨੇ, ਜਾਂ ਵਿਖਾਵੇ ਦੀ ਪਾਠ ਪੂਜਾ, ਤੀਰਥ ਇਸ਼ਨਾਨ, ਜਪ ਤਪ ਸੰਜਮ, ਕਿਉਂ ਲੋਕ ਕਰ ਰਹੇ ਨੇ? ਕਿਉਂਕਿ ਸੰਗਤ ਉਹਨਾਂ ਲੋਕਾਂ ਦੀ ਕੀਤੀ ਹੈ, ਸੁਣਿਆ ਉਹਨਾਂ ਲੋਕਾਂ ਨੂੰ ਹੈ। ਇਸ ਕਰਕੇ ਜਿਹਨੂੰ ਬਾਰ-ਬਾਰ ਸੁਣਿਆ ਜਾਏ, ਜਿਹਦੀ ਸੰਗਤ ਕੀਤੀ ਜਾਏ, ਉਹ ਗੁਣ ਆ ਜਾਣੇ ਸੁਭਾਵਿਕ ਨੇ। ਜੇ ਅਸੀਂ ਗੁਰੂ ਦੀ ਪਾਵਨ ਬਾਣੀ ਨੂੰ ਪੜ੍ਹਦੇ, ਸੁਣਦੇ, ਵਿਚਾਰਦੇ, ਤਾਂ ਸਾਡੇ ਅੰਦਰ ਇਹ ਸ਼ੁਭ ਗੁਣ ਆਉਣੇ ਸੀ। ਜੈਸੀ ਸੰਗਤ ਕੀਤੀ ਵੈਸੇ ਅਸੀਂ ਹੋ ਗਏ। ਇਸ ਲਈ ਚੰਗਿਆਂ ਦੀ ਸੰਗਤ ਕਰਨੀ ਚਾਹੀਦੀ, ਜੋ ਚੰਗੇ ਇਨਸਾਨ ਨੇ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਨੇ, ਸੱਚ ਦੇ ਧਾਰਨੀ ਨੇ, ਸਚਿਆਰ ਨੇ। ਸਾਕਤ ਦੀ ਸੰਗਤ ਨਾ ਕਰਿਆ ਜੇ। ਜਿਸ ਕਾ ਇਹ ਖੇਲ ਸੋਈ ਕਰ ਵੇਖੈ, ਜਨ ਨਾਨਕ ਨਾਮ ਸਮਾਰੇ। ਜਿਹਦਾ ਇਹ ਖੇਲ ਹੈ ਦੁਨੀਆ, ਉਹ ਇਸ ਖੇਲ ਨੂੰ ਵੇਖ ਰਿਹਾ ਹੈ। ਕਰ ਦਾ ਮਤਲਬ ਬਣਾ ਕੇ, ਰਚ ਕੇ, ਵੇਖੇ ਦਾ ਮਤਲਬ ਵੇਖ ਰਿਹਾ ਹੈ, ਸੰਭਾਲ ਕਰ ਰਿਹਾ ਹੈ। ਆ ਸੰਸਾਰ
ਪ੍ਰਭੂ ਦੀ ਰਚਨਾ ਹੈ, ਪ੍ਰਭੂ ਦਾ ਖੇਲ ਹੈ, ਤੇ ਉਹ ਇਸ ਖੇਲ ਨੂੰ ਆਪ ਵੇਖ ਰਿਹਾ ਹੈ, ਸਾਰਿਆਂ ਦੀ ਸੰਭਾਲ ਕਰ ਰਿਹਾ ਹੈ, ਚੰਗਿਆਂ ਨੂੰ ਮਾੜਿਆਂ ਨੂੰ ਸਾਰਿਆਂ ਨੂੰ ਜੀਵਨ ਦੇ ਰਿਹਾ ਹੈ। ਔਰ ਖੇਲ ਹੈ, ਖੇਲ ਦੇ ਅੰਦਰ ਖੇਲ ਰਹੇ ਨੇ ਖਿਲਾੜੀ, ਤੇ ਖੇਲ ਦੇ ਅੰਦਰ ਜਿੱਤਦਾ ਕੌਣ ਹੈ? ਜੋ ਖੇਡ ਨੂੰ ਚੰਗੀ ਤਰ੍ਹਾਂ ਸ਼ਿੱਦਤ ਦੇ ਨਾਲ ਖੇਲਦਾ ਹੈ, ਖੇਲ ਦੇ ਨਿਯਮਾਂ ਨੂੰ ਫੋਲੋ ਕਰਦਾ ਹੈ, ਉਹ ਜਿੱਤ ਜਾਂਦਾ ਹੈ। ਜਿਹੜਾ ਠੀਕ ਢੰਗ ਨਾਲ ਨਹੀਂ ਖੇਲਦਾ ਉਹ ਹਾਰ ਜਾਂਦਾ ਹੈ। ਇਹ ਜੀਵਨ ਵੀ ਇੱਕ ਖੇਲ ਹੈ, ਇੱਕ ਨਾਟਕ ਹੈ, ਇੱਕ ਡਰਾਮਾ ਹੈ, ਕੋਈ ਵੀ ਸ਼ਬਦ ਵਰਤ ਲਓ। ਇਹਦੇ ਅੰਦਰ ਸਾਨੂੰ ਬਹੁਤ ਸਾਰੇ ਪਾਰਟ ਮਿਲੇ ਨੇ, ਰੋਲ ਮਿਲਿਆ ਹੈ। ਜਿਵੇਂ ਔਰਤ ਹੈ ਤਾਂ ਉਹਨੂੰ ਕਿੰਨੇ ਸਾਰੇ ਰੋਲ ਮਿਲੇ ਨੇ, ਬੇਟੀ ਦਾ, ਭੈਣ ਦਾ, ਮਾਤਾ ਦਾ, ਨੂੰਹ ਸੱਸ ਦਾ, ਦਰਾਣੀ ਜਠਾਣੀ ਦਾ, ਭੈਣ ਦਾ, ਇਹ ਸਾਰੇ ਰੋਲ ਨੇ ਨਾ। ਤੇ ਜੇ ਇਸ ਜੀਵਨ ਬਾਜੀ ਦੇ ਅੰਦਰ ਉਹ ਇਮਾਨਦਾਰੀ ਨਾਲ ਇਹਨਾਂ ਰੋਲਸ ਨੂੰ ਪਲੇ ਕਰੇ, ਇਮਾਨਦਾਰੀ ਨਾਲ, ਤਾਂ ਔਰਤ ਜੀਵਨ ਬਾਜੀ ਨੂੰ ਜਿੱਤ ਜਾਏਗੀ। ਤੇ ਜਿਹੜੀ ਔਰਤ ਆਪਣੇ ਇਹ ਮਿਲੇ ਹੋਏ ਰੋਲ ਜਿਹੜੇ ਨੇ ਇਹਨਾਂ ਨੂੰ ਠੀਕ ਢੰਗ ਨਾਲ ਪਲੇ ਨਹੀਂ ਕਰੇਗੀ, ਇਮਾਨਦਾਰੀ ਨਾਲ ਨਹੀਂ ਨਿਭਾਏਗੀ, ਫਿਰ ਜੋ ਜੀਵਨ ਬਾਜੀ ਨੂੰ ਹਾਰ ਜਾਏਗੀ। ਐਵੇਂ ਆਦਮੀ ਹੈ, ਕਿੰਨੇ ਸਾਰੇ ਪਾਰਟ ਮਿਲੇ ਨੇ ਨਾ ਇਸਨੂੰ। ਇਹ ਬੇਟਾ ਹੈ, ਭਰਾ ਹੈ, ਪਿਤਾ ਹੈ, ਸਹੁਰਾ ਜਵਾਈ ਹੈ, ਚਾਚਾ ਤਾਇਆ, ਕਿੰਨੇ ਸਾਰੇ ਰਿਸ਼ਤੇ ਨੇ। ਔਰ ਜੇ ਇਸ ਜੀਵਨ ਖੇਲ ਦੇ ਅੰਦਰ ਜੋ ਰੋਲ ਮਿਲੇ ਨੇ, ਜੇ ਇਹਨਾਂ ਨੂੰ ਇਮਾਨਦਾਰੀ ਨਾਲ ਪਲੇ ਕਰੇ ਤਾਂ ਉਹ ਜੀਵਨ ਬਾਜੀ ਜਿੱਤ ਜਾਏਗਾ। ਤੇ ਜਿਹੜਾ ਇਹਨਾਂ ਰੋਲਸ ਨੂੰ, ਜਿਹੜਾ ਆਪਣੇ ਇਸ ਪਾਰਟ ਨੂੰ, ਫਰਜ਼ਾਂ ਨੂੰ ਚੰਗੀ ਤਰ੍ਹਾਂ ਨਹੀਂ ਨਿਭਾਏਗਾ, ਉਹ ਜੀਵਨ ਬਾਜੀ ਨੂੰ ਹਾਰ ਜਾਏਗਾ। ਖੇਲ ਵੇਖਣ ਵਾਲਾ ਪ੍ਰਭੂ ਆਪ ਵੇਖ ਰਿਹਾ ਹੈ, ਖਿਲਾੜੀ ਖੇਲ ਖੇਲ ਰਹੇ ਨੇ, ਕੋਈ ਜੀਵਨ ਬਾਜੀ ਨੂੰ ਹਾਰ ਜਾਂਦਾ ਹੈ, ਕੋਈ ਜਿੱਤ ਜਾਂਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਜਨ ਨਾਨਕ ਨਾਮ ਸਮਾਰੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਦਾਸ ਨਾਨਕ, ਤੂੰ ਨਾਮ ਦਾ ਮਤਲਬ ਹੁਕਮ, ਸਮਾਰੇ ਦਾ ਮਤਲਬ ਸੰਭਾਲ, ਯਾਦ ਰੱਖ, ਤੂੰ ਰੱਬ ਦੀ ਰਜ਼ਾ ਦੇ ਵਿੱਚ ਤੁਰ, ਰੱਬ ਦੇ ਭਾਣੇ ਵਿੱਚ ਤੁਰ, ਸਾਕਤ ਨਾ ਬਣ, ਰੱਬੀ ਰਜ਼ਾ ਦੇ ਨਾਲੋਂ ਟੁੱਟ ਨਾ, ਗੁਣਾ ਨਾਲੋਂ ਆਪਣੇ ਸੰਬੰਧ ਨੂੰ, ਨਾਤੇ ਨੂੰ ਨਾ ਤੋੜ। ਜੀਵਨ ਬਾਜੀ ਤਾਂ ਤੂੰ ਜਿੱਤ ਸਕੇਗਾ, ਤਾਂ ਤੂੰ ਗੁਰੂ ਦਾ ਸਿੱਖ ਅਖਵਾਉਣ ਦੇ ਲਾਇਕ ਹੋਏਗਾ, ਤਾਂ ਤੂੰ ਰੱਬ ਦਾ ਪਿਆਰਾ ਅਖਵਾ ਸਕੇਗਾ, ਤਾਂ ਤੈਨੂੰ ਇਨਸਾਨ ਕਿਹਾ ਜਾ ਸਕਦਾ ਹੈ ਜੇ ਤੂੰ ਰਜ਼ਾ ਭਾਣੇ ਦੇ ਅੰਦਰ ਚੱਲੇ। ਤਾਂ ਜੇ ਕੋਈ ਰਜ਼ਾ ਔਰ ਭਾਣੇ ਦੇ ਅੰਦਰ ਚੱਲਦਾ ਹੈ ਤਾਂ ਉਹ ਆਪਣੇ ਜੀਵਨ ਨੂੰ ਸਫਲ ਕਰ ਸਕਦਾ ਹੈ। ਇਸ ਲਈ ਸਾਨੂੰ ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਔਰ ਸਾਨੂੰ ਅਸਲੀ ਸਿੱਖ ਬਣਨਾ ਚਾਹੀਦਾ ਹੈ, ਸੱਚੀ ਮੁੱਚੀ ਦਾ, ਜੋ ਅੰਦਰੋਂ ਬਾਹਰੋਂ ਇੱਕ ਹੋਵੇ, ਮਨ ਬਚਨ ਔਰ ਕਰਮ ਕਰਕੇ ਜੋ ਗੁਰਬਾਣੀ ਦਾ ਧਾਰਨੀ ਹੋਵੇ। ਸਾਨੂੰ ਅਸਲੀ ਇਨਸਾਨ ਬਣਨਾ ਚਾਹੀਦਾ, ਸਾਨੂੰ ਅਸਲੀ ਤੌਰ ਤੇ ਰੱਬ ਦਾ ਭਗਤ ਹੋਣਾ ਚਾਹੀਦਾ ਹੈ। ਜੋ ਬਾਬਾ ਫਰੀਦ ਜੀ ਦਾ ਸ਼ਲੋਕ ਆਪ ਦੇ ਨਾਲ ਸਾਂਝਾ ਕੀਤਾ ਹੈ, ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ। ਅਸਲ ਦੇ ਅੰਦਰ ਸੱਚੀ ਮੁੱਚੀ ਦਿਲੋਂ ਇਹਨਾਂ ਗੁਣਾਂ ਦਾ ਧਾਰਨੀ ਸਾਨੂੰ ਬਣਨਾ ਚਾਹੀਦਾ ਹੈ, ਤਾਂ ਅਸੀਂ ਗੁਰੂ ਦੇ ਸਿੱਖ ਅਖਵਾ ਸਕਦੇ ਹਾਂ, ਨਹੀਂ ਤੇ ਬਗਲਿਆਂ ਵਾਲਾ ਹਾਲ ਹੋਣਾ। ਮਹਿਲਾ ਚੌਥਾ, ਸਤਿਗੁਰ ਪੁਰਖ ਅਗੰਮ ਹੈ, ਜਿਸ ਅੰਦਰ ਹਰ ਉਰ ਧਾਰਿਆ। ਅਗੰਮ ਦਾ ਮਤਲਬ ਪਹੁੰਚ ਤੋਂ ਪਰੇ, ਅੰਦਰ, ਅੰਦਰ ਦਾ ਮਤਲਬ ਹਿਰਦਾ, ਉਰ ਦਾ ਮਤਲਬ ਸਾਡਾ ਮਾਨਸਿਕਤਾ। ਤਾਂ ਸਤਿਗੁਰ ਪੁਰਖ ਹੈ, ਅਗੰਮ ਪੁਰਖ ਹੈ, ਜਿਸ ਨੇ ਹਿਰਦੇ ਵਿੱਚ ਪ੍ਰਭੂ ਨੂੰ ਪਰੋਤਾ ਹੋਇਆ ਹੈ। ਗੁਰੂ ਔਰ ਪ੍ਰਭੂ ਇੱਕ ਨੇ, ਗੁਰੂ ਪਰਮੇਸ਼ਰ ਏਕੋ ਜਾਨ, ਆਤਮਿਕ ਤੌਰ ਤੇ ਗੁਰੂ ਪ੍ਰਭੂ ਦਾ ਰੂਪ ਹੈ। ਤੇ ਗੁਰੂ ਅਗੰਮ ਹੈ, ਅਪਹੁੰਚ ਹੈ, ਭਾਵ ਗੁਰੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾਂਦਾ। ਗੁਰੂ ਦੀ ਮਹਿਮਾ ਨੂੰ ਅਸੀਂ ਸਮਗਰ ਤੌਰ ਤੇ ਬਿਆਨ ਕਰ ਨਹੀਂ ਪਾਵਾਂਗੇ। ਔਰ ਹਕੀਕਤ ਹੈ, ਦੇਖੋ, ਹਿਊਮਨ ਰਾਈਟਸ ਵਾਸਤੇ ਪੰਜਵੇਂ ਪਾਤਸ਼ਾਹ ਤੱਤੀ ਤਵੀ ਤੇ ਬੈਠ ਕੇ ਸ਼ਹੀਦੀ ਦੇ ਰਹੇ ਨੇ, ਦੇਗ ਵਿੱਚ ਉਬਲ ਕੇ ਸ਼ਹੀਦੀ ਦੇ ਰਹੇ ਨੇ, ਪਰ ਸੱਚ ਨੂੰ ਨਹੀਂ ਤਿਆਗ ਰਹੇ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ, ਦੇਖੋ, ਜਨੇਊ ਦੇ ਤਿਲਕ ਦੇ ਧਾਰਨੀ ਨਹੀਂ ਹਨ, ਲੇਕਿਨ ਜਦੋਂ ਧੱਕਾ ਹੋ ਰਿਹਾ ਨਾ ਕਿਸੇ ਤੇ, ਤਿਲਕ ਔਰ ਜਨੇਊ ਧੱਕੇ ਨਾਲ ਉਤਾਰੇ ਜਾ ਰਹੇ ਨੇ, ਧੱਕੇ ਨਾਲ ਕਨਵਰਟ ਕੀਤਾ ਜਾ ਰਿਹਾ ਹੈ ਕਿ ਜੇ ਜਿੰਦਾ ਰਹਿਣਾ ਤੇ ਮੁਸਲਮਾਨ ਹੋਣਾ ਪਵੇਗਾ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਧੱਕਾ ਨਹੀਂ, ਕਿਸੇ ਤੇ ਧੱਕਾ ਨਹੀਂ ਕੀਤਾ ਜਾ ਸਕਦਾ, ਕਿਸੇ ਦੀ ਆਪਣੀ ਮਰਜ਼ੀ ਹੈ ਕਿ ਉਹ ਕੈਸੀ ਜ਼ਿੰਦਗੀ ਜੀਣੀ ਚਾਹੁੰਦਾ ਹੈ। ਹਾਂ, ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਕਿ ਸਾਡੇ ਵਿਚਾਰ ਇਹ ਨੇ, ਸਾਡੇ ਵਿਚਾਰ ਇਹ ਨੇ, ਅਸੀਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ। ਵਿਚਾਰਕ ਮਤਭੇਦ ਹੋ ਸਕਦੇ ਨੇ, ਤੁਸੀਂ ਕਿਸੇ ਚੀਜ਼ ਨੂੰ ਮੰਨਦੇ ਹੋ ਨਹੀਂ ਮੰਨਦੇ, ਪਰ ਆਪਣੇ ਵਿਚਾਰ ਧੱਕੇ ਨਾਲ, ਡੰਡੇ ਨਾਲ ਥੋਪੇ ਨਹੀਂ ਜਾ ਸਕਦੇ ਦੂਜੇ ਤੇ।
ਧੱਕਾ ਨਹੀਂ ਕੀਤਾ ਜਾ ਸਕਦਾ। ਹਿਊਮਨ ਰਾਈਟਸ ਵਾਸਤੇ ਆਪਣੇ ਮਾਸੂਮ 11 ਸਾਲ ਦੇ ਬੱਚੇ ਨੂੰ ਛੱਡ ਕੇ, ਆਪਣੀ ਧਰਮ ਪਤਨੀ ਨੂੰ ਛੱਡ ਕੇ, ਸੁੱਖਾਂ ਸਾਧਨਾ ਨੂੰ ਛੱਡ ਕੇ ਦਿੱਲੀ ਜਾ ਕੇ ਸ਼ਹੀਦ ਹੋ ਜਾਣਾ। ਹਿਊਮਨ ਰਾਈਟਸ ਵਾਸਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਆਰਿਆਂ ਨਾਲ ਚੀਰੇ ਜਾਣ, ਤਾਂ ਉਹਨਾਂ ਦੀ ਮਹਿਮਾ ਕਿਵੇਂ ਬਿਆਨ ਕਰੋਗੇ? ਤਾਂ ਗੁਰੂ ਜੀ ਕਹਿੰਦੇ ਨੇ ਸਤਿਗੁਰੂ ਅਗੰਮ ਪੁਰਸ਼ ਹੈ, ਜਿਨੇ ਹਰੀ ਨੂੰ ਆਪਣੇ ਅੰਦਰ ਧਾਰਨ ਕੀਤਾ ਹੈ। ਸਤਿਗੁਰੂ ਨੂੰ ਅੱਪੜ ਕੋਏ ਨਾ ਸਕਈ, ਜਿਸ ਵੱਲ ਸਿਰਜਣ ਹਾਰਿਆ। ਸਤਿਗੁਰੂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਕਿਉਂਕਿ ਉਸਨੇ ਸਿਰਜਣਹਾਰ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ। ਸਿਰਜਣਹਾਰ ਪ੍ਰਭੂ ਦੀ ਸ਼ਰਨ ਵਿੱਚ ਨੇ, ਤੇ ਉਹਦੇ ਵੱਲ, ਸਤਿਗੁਰੂ ਦੇ ਵੱਲ ਪ੍ਰਭੂ ਆਪ ਹੈ, ਭਾਵ ਪ੍ਰਭੂ ਦਾ ਰੂਪ ਹੋ ਗਿਆ ਹੈ। ਪ੍ਰਭੂ ਆਪ ਰਾਖਾ ਹੈ ਸਤਿਗੁਰ ਦਾ। ਹੁਣ ਜੇ ਕੋਈ ਸਤਿਗੁਰ ਦੀ ਰੀਸ ਕਰੇ, ਕਰਮ ਤਾਂ ਵੈਸੇ ਨਾ ਹੋਣ, ਸੋਚ ਵੈਸੀ ਨਾ ਹੋਵੇ, ਤੇ ਜੇ ਕੋਈ ਸਿਰਫ ਪਹਿਨਾਵਾ ਪਹਿਨ ਕੇ ਹੀ ਗੁਰੂ ਵਰਗਾ ਬਣਨਾ ਚਾਹੇ, ਗੱਲਾਂ ਬਾਤਾਂ ਦੇ ਨਾਲ ਬਣਨਾ ਚਾਹੇ, ਤਾਂ ਨਹੀਂ ਬਣ ਪਾਏਗਾ। ਕਿਉਂਕਿ ਉਹਦੇ ਵਾਸਤੇ ਤੇ ਕਿੰਨੀ ਵੱਡੀ ਕੁਰਬਾਨੀ ਹੈ, ਕਿੰਨੀ ਵੱਡੀ ਸੋਚ ਹੈ, ਕਿੰਨੀ ਵੱਡੀ ਦੇਣ ਹੈ, ਤਾਂ ਬਰਾਬਰੀ ਨਹੀਂ ਕੀਤੀ ਜਾ ਸਕਦੀ। ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ, ਜਿਤ ਕਾਲ ਕੰਟਕ ਮਾਰ ਵਿਡਾਰਿਆ। ਵਿਡਾਰਿਆ ਦਾ ਮਤਲਬ ਦੂਰ ਕਰਨਾ ਹੁੰਦਾ ਹੈ। ਖੜਗ ਦਾ ਮਤਲਬ ਤਲਵਾਰ। ਸੰਜੋ ਦਾ ਮਤਲਬ ਜ਼ਿਰਹ ਬਖਤਰ। ਜੰਗ ਦੇ ਅੰਦਰ ਨਾ ਇੱਕ ਪੁਸ਼ਾਕ ਪਾਈ ਜਾਂਦੀ ਹੈ ਜੋ ਲੋਹੇ ਦੀ ਬਣੀ ਹੁੰਦੀ ਹੈ, ਉਹਨੂੰ ਕਹਿੰਦੇ ਨੇ ਸੰਜੋ, ਜਿਹੜੀ ਸਿਰ ਤੋਂ ਲੈ ਕੇ ਤੇ ਆਪਣੇ ਪਾ ਲੈਂਦੇ ਨੇ। ਤੁਸੀਂ ਵੇਖਿਆ ਹੋਵੇਗਾ ਕਈਆਂ ਤਸਵੀਰਾਂ ਦੇ ਉੱਤੇ, ਸੰਜੋ ਕਹਿੰਦੇ ਨੇ। ਖੜਗ ਦਾ ਮਤਲਬ ਤਲਵਾਰ, ਕਿਰਪਾਨ। ਕਿਰਪਾਨ ਦੇ ਨਾਲ ਵੈਰੀ ਨੂੰ ਮਾਰਨਾ ਹੈ, ਤੇ ਸੰਜੋ ਦੇ ਨਾਲ ਆਪਣੇ ਆਪ ਨੂੰ ਬਚਾਉਣਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ। ਇਹ ਸਤਿਗੁਰੂ ਦੀ ਖੜਗ ਵੀ, ਤਲਵਾਰ ਵੀ, ਤੇ ਸੰਜੋ ਵੀ, ਇਹ ਕੀ ਹੈ? ਪ੍ਰਭੂ ਦੀ ਭਗਤੀ। ਤੇ ਪ੍ਰਭੂ ਦੀ ਭਗਤੀ ਦਾ ਮਤਲਬ ਮਾਲਾ ਫੇਰਨੀ ਨਹੀਂ, ਸਮਾਧੀ ਲਾਣੀ ਨਹੀਂ ਹੈ। ਕਿਉਂਕਿ ਗੁਰਬਾਣੀ ਦੇ ਵਿੱਚ ਕਿਤੇ ਵੀ ਮਾਲਾ ਫੇਰਨ ਨੂੰ ਪ੍ਰੋੜਤਾ ਨਹੀਂ ਕੀਤੀ ਗਈ। ਗੁਰਬਾਣੀ ਦੇ ਅੰਦਰ ਥਾਂ ਪਰ ਥਾਂ ਆਇਆ ਹੈ, ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਪੈ ਦੀਨ ਦਿਆਲਾ। ਭਗਤ ਕਬੀਰ ਜੀ ਦਾ ਪਾਵਨ ਬਚਨ ਹੈ, ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ, ਹਿਰਦੈ ਰਾਮ ਨਾ ਚਿਤ ਹੀ ਇਹ ਜਪਨੀ ਕਿਆ ਹੋਏ। ਇਸ ਲਈ ਮਾਲਾ ਫੇਰਨੀ, ਸਮਾਧੀਆਂ ਲਾਣੀਆਂ, ਸੰਸਾਰ ਨੂੰ ਤਿਆਗ ਕਰਕੇ ਜੰਗਲਾਂ ਵਿੱਚ ਜਾਣਾ, ਭੋਰਿਆਂ ਵਿੱਚ ਵੜਨਾ, ਪਹਾੜਾਂ ਤੇ ਚੜਨਾ, ਜਾਂ ਹੋਰ ਕਰਮ ਕਰਨੇ, ਇਹ ਭਗਤੀ ਨਹੀਂ ਹੈ। ਭਗਤੀ ਹੈ ਰੱਬ ਦੇ ਗੁਣਾਂ ਦਾ ਧਾਰਨੀ ਹੋਣਾ, ਰੱਬੀ ਰਜਾ ਵਿੱਚ ਤੁਰਨਾ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਤਾਂ ਗੁਰੂ ਦੀ ਜੋ ਕਿਰਪਾਨ ਹੈ, ਖੜਗ ਹੈ, ਔਰ ਜੋ ਸੰਜੋ ਹੈ, ਜਿਹੜਾ ਬਖਤਰ ਹੈ, ਇਹ ਪ੍ਰਭੂ ਦੇ ਗੁਣ ਨੇ, ਪ੍ਰਭੂ ਦੀ ਰਜਾ ਹੈ। ਜਿਤ ਕਾਲ ਕੰਟਕ ਮਾਰ ਵਿਡਾਰਿਆ, ਜਿਸ ਦੇ ਨਾਲ ਕਾਲ ਕੰਟਕ, ਜੋ ਮੌਤ ਦਾ ਡਰ ਹੈ, ਉਹਨੂੰ ਗੁਰੂ ਜੀ ਨੇ ਮਾਰ ਦਿੱਤਾ ਹੈ। ਯਾਨੀ ਗੁਰੂ ਨੂੰ ਮੌਤ ਦਾ ਡਰ ਨਹੀਂ, ਇੱਕ ਤਾਂ ਸਰੀਰਕ ਮੌਤ ਦਾ ਡਰ ਨਹੀਂ, ਤੇ ਦੂਜਾ ਉਹਨਾਂ ਨੇ ਆਤਮਿਕ ਮੌਤ ਦੇ ਡਰ ਨੂੰ ਖਤਮ ਕਰ ਦਿੱਤਾ। ਉਹਨਾਂ ਨੂੰ ਆਤਮਿਕ ਮੌਤ ਵੀ ਨਹੀਂ ਹੈ, ਕਿਉਂਕਿ ਗੁਰੂ ਗੁਣਾਂ ਦਾ ਧਾਰਨੀ ਹੈ, ਰੱਬੀ ਰਜਾ ਵਿੱਚ ਤੁਰਨ ਵਾਲਾ ਹੈ। ਇਸ ਕਰਕੇ ਗੁਰੂ ਦੀ ਆਤਮਿਕ ਮੌਤ ਨਹੀਂ ਹੋਵੇਗੀ, ਤੇ ਸਰੀਰਕ ਮੌਤ ਦਾ ਵੀ ਡਰ ਨਹੀਂ। ਇੱਥੋਂ ਹੁਣ ਸਾਨੂੰ ਕੀ ਚੀਜ਼ ਮਿਲਦੀ ਹੈ? ਜੇ ਅਸੀਂ ਵੀ ਗੁਰੂ ਦੇ ਦੱਸੇ ਰਾਹ ਤੇ ਤੁਰੀਏ, ਔਰ ਰੱਬੀ ਗੁਣਾਂ ਨੂੰ ਆਪਣੀ ਖੜਗ ਔਰ ਆਪਣੀ ਸੰਜੋ ਬਣਾਈਏ, ਤਾਂ ਸਾਡੀ ਜ਼ਿੰਦਗੀ ਚੋਂ ਸਰੀਰਕ ਮੌਤ ਦਾ ਡਰ ਵੀ ਖਤਮ ਹੋਏਗਾ, ਤੇ ਆਤਮਿਕ ਮੌਤੇ ਵੀ ਅਸੀਂ ਨਹੀਂ ਮਰਾਂਗੇ। ਸदैवी ਜੀਵਨ ਇਨਸਾਨੀਅਤ ਵਾਲਾ ਸਾਨੂੰ ਵੀ ਮਿਲ ਸਕਦਾ ਹੈ। ਸਤਿਗੁਰੂ ਕਾ ਰੱਖਣਹਾਰਾ ਹਰ ਆਪ ਹੈ, ਸਤਿਗੁਰ ਕੇ ਪਿੱਛੇ ਸਭ, ਸਤਿਗੁਰ ਕੇ ਪਿੱਛੇ ਹਰ ਸਭ ਉਬਾਰਿਆ। ਸਤਿਗੁਰ ਦਾ ਰਾਖਾ ਆਪ ਹਰੀ ਹੈ, ਤੇ ਸਤਿਗੁਰ ਦੇ ਪਿੱਛੇ ਦਾ ਮਤਲਬ ਜੋ ਸਤਿਗੁਰ ਦੇ ਪੂਰਨਿਆਂ ਤੇ ਤੁਰਨ ਵਾਲੇ ਨੇ, ਜੋ ਸਤਿਗੁਰ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਪ੍ਰਭੂ ਉਹਨਾਂ ਸਾਰਿਆਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ। ਗੁਰੂ ਦਾ ਰਾਖਾ ਆਪ ਹੈ, ਤੇ ਜੋ ਗੁਰੂ ਦੇ ਪੂਰਨਿਆਂ ਤੇ ਤੁਰਦੇ ਨੇ,
ਗੁਰੂ ਦੇ ਰਾਹ ਤੇ ਚੱਲਦੇ ਨੇ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲੈਂਦੇ ਨੇ, ਪ੍ਰਭੂ ਉਹਨਾਂ ਵੀ ਸਾਰਿਆਂ ਨੂੰ ਬਚਾ ਲੈਂਦਾ। ਉਬਾਰਿਆ ਦਾ ਮਤਲਬ ਬਚਾ ਲੈਂਦਾ, ਵਿਕਾਰਾਂ ਤੋਂ, ਪਾਪਾਂ ਤੋਂ, ਅਪਰਾਧੀਆਂ ਤੋਂ, ਆਤਮਕ ਮੌਤ ਤੋਂ, ਦੁੱਖਾਂ ਤੋਂ, ਚਿੰਤਾਵਾਂ ਤੋਂ ਉਹਨਾਂ ਨੂੰ ਵੀ ਗੁਰੂ ਬਚਾ ਲੈਂਦਾ। ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ, ਸੋ ਆਪ ਉਪਾਵਨ ਹਾਰੈ ਮਾਰਿਆ। ਜੋ ਮਨੁੱਖ ਪੂਰੇ ਸਤਿਗੁਰੂ ਦਾ ਬੁਰਾ ਲੋਚਦਾ ਹੈ, ਉਹਨੂੰ ਉਪਾਵਨ ਹਾਰੇ ਪ੍ਰਭੂ ਨੇ ਆਪ ਮਾਰ ਦਿੱਤਾ ਹੈ। ਹੁਣ ਆਪ ਮਾਰ ਦਿੱਤਾ ਦਾ ਮਤਲਬ ਇਹ ਨਹੀਂ ਕਿ ਜੇ ਕੋਈ ਗੁਰੂ ਦੇ ਵਿਰੋਧ ਵਿੱਚ ਬੋਲੇਗਾ ਤੇ ਰੱਬ ਉਹਨੂੰ ਮੌਤ ਦੇ ਦੇਵੇਗਾ, ਉਹਦੇ ਸਰੀਰ ਕਰਕੇ ਮੌਤ ਹੋ ਜਾਏਗੀ, ਜਾਂ ਰੱਬ ਉਹਦੀ ਲੱਤ ਬਾਂਹ ਤੋੜ ਦੇਵੇਗਾ, ਜਾਂ ਰੱਬ ਉਹਦਾ ਕੋਠੀ ਡੇਗ ਦੇਗਾ। ਐਵੇਂ ਨਹੀਂ। ਮਾਰਿਆ ਦਾ ਮਤਲਬ ਉਹ ਆਤਮਕ ਮੌਤ ਤੇ ਮਰ ਜਾਏਗਾ, ਉਹਦੇ ਅੰਦਰੋਂ ਇਨਸਾਨੀਅਤ ਖਤਮ ਹੋ ਜਾਏਗੀ। ਤੇ ਯਾਦ ਰੱਖਣਾ, ਇਨਸਾਨੀਅਤ ਦਾ ਮਰ ਜਾਣਾ ਹੀ ਅਸਲੀ ਮੌਤ, ਇਨਸਾਨੀਅਤ ਦਾ ਮਰ ਜਾਣਾ ਹੀ ਅਸਲੀ ਮੌਤ। ਜੋ ਹੁਣ ਦੇਖੋ, ਜੇ ਅਸੀਂ ਇਸ ਚੀਜ਼ ਨੂੰ ਥੋੜਾ ਜਿਹਾ ਸੌਖੇ ਸ਼ਬਦਾਂ ਨਾਲ ਸਮਝਣ ਦਾ ਯਤਨ ਕਰੀਏ, ਗੁਰੂ ਜੀ ਹਰ ਇਨਸਾਨ ਨੂੰ ਕਹਿ ਰਹੇ ਨੇ ਕਿ ਸੱਚ ਬੋਲੋ, ਦਇਆ, ਇੱਕ ਦੂਜੇ ਦੇ ਨਾਲ ਦਇਆ ਵਾਲਾ ਵਿਹਾਰ ਕਰੋ, ਪਿਆਰ ਵਾਲਾ ਵਿਹਾਰ ਕਰੋ, ਨਿਰਭੈਤਾ ਵਾਲੀ ਜ਼ਿੰਦਗੀ ਜੀਵੋ, ਨਿਰਵੈਰਤਾ ਵਾਲੀ ਜ਼ਿੰਦਗੀ ਜੀਵੋ, ਜਾਤੀਵਾਦ ਨੂੰ ਛੱਡੋ, ਇੱਕ ਦੂਜੇ ਦੀ ਹੈਲਪ ਕਰੋ। ਇਹ ਸਾਰੇ ਚੰਗੇ ਗੁਣ ਗੁਰੂ ਜੀ ਕਹਿ ਰਹੇ ਨੇ ਨਾ। ਤੇ ਜੇ ਕੋਈ ਹੁਣ ਇਹਨਾਂ ਗੁਣਾਂ ਦੇ ਵਿਰੋਧ ਵਿੱਚ ਬੋਲੇ, ਜਾਂ ਇਹਨਾਂ ਗੁਣਾਂ ਦੇ ਧਾਰਨੀ ਹੋਣ ਤੋਂ ਲੋਕਾਂ ਨੂੰ ਵਰਜੇ, ਜਾਂ ਇਹਨਾਂ ਗੁਣਾਂ ਦੀ ਨਿੰਦਿਆ ਕਰੇ, ਔਰ ਇਹਨਾਂ ਗੁਣਾਂ ਨੂੰ ਪ੍ਰਚਾਰਨ ਪ੍ਰਸਾਰਨ ਵਾਲੇ ਦਾ ਬੁਰਾ ਕਰੇ, ਗੁਰੂ ਦਾ ਬੁਰਾ ਲੋਚੇ, ਤਾਂ ਉਹ ਆਤਮਕ ਮੌਤ ਤੇ ਹੀ ਮਰੇਗਾ। ਹੁਣ ਜਹਾਂਗੀਰ ਹੈ, ਬੇਸ਼ੱਕ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਤਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਤਾਂ ਉਸਨੇ ਕਰ ਦਿੱਤਾ, ਲੇਕਿਨ ਜਹਾਂਗੀਰ ਨੂੰ ਚੰਗਾ ਕੌਣ ਕਹੇਗਾ? ਸੂਬਾ ਸਰਹੰਦ ਹੈ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਤੇ ਚਿਣ ਕੇ ਸਰੀਰ ਤੇ ਉਹਨਾਂ ਦੇ ਖਤਮ ਕਰ ਦਿੱਤੇ, ਪਰ ਕੀ ਉਹਨੂੰ ਕੋਈ ਇਨਸਾਨ ਕਹਿੰਦਾ? ਇਹੀ ਸਜ਼ਾ ਹੁੰਦੀ ਹੈ। ਜਦੋਂ ਤੱਕ ਇੱਥੇ ਦੁਨੀਆ ਰਹੇਗੀ, ਉਦੋਂ ਤੱਕ ਐਸੇ ਲੋਕਾਂ ਦੇ ਸਿਰ ਤੇ ਸਵਾਹ ਪੈਂਦੀ ਰਹਿੰਦੀ ਹੈ ਜੋ ਆਤਮਕ ਮੌਤ ਤੇ ਮਰ ਜਾਂਦੇ ਨੇ। ਅੱਜ ਵੀ ਇਹੀ ਹਾਲ ਹੈ, ਆਉਣ ਵਾਲੇ ਸਮੇਂ ਵਿੱਚ ਵੀ ਇਹੀ ਹਾਲ ਹੋਏਗਾ। ਜੋ ਗੁਰੂ ਦਾ ਮੰਦਾ ਚਿਤਵਦਾ ਹੈ, ਉਪਾਵਨ ਹਾਰਾ ਪ੍ਰਭੂ ਆਪ ਉਹਨੂੰ ਆਤਮਕ ਮੌਤ ਤੇ ਮਾਰ ਦਿੰਦਾ ਹੈ, ਉਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਇਹ ਗੱਲ ਹੋਵੇ ਹਰ ਦਰਗਾਹ ਸੱਚੇ ਕੀ, ਜਨ ਨਾਨਕ ਅਗੰਮ ਵਿਚਾਰਿਆ। ਸੱਚੇ ਹਰੀ ਦੀ ਦਰਗਾਹ ਵਿੱਚ ਨਿਆਂ ਹੁੰਦਾ ਹੈ, ਯਾਨੀ ਇਹ ਜਿਹੜਾ ਨਿਆਂ ਹੈ, ਇਹ ਸੱਚੇ ਪ੍ਰਭੂ ਦੀ ਦਰਗਾਹ ਵਿੱਚ, ਦਰਗਾਹ ਦਾ ਮਤਲਬ ਹੈ ਜਿਹੜੀ ਦੁਨੀਆ ਹੈ, ਇਹਦੇ ਅੰਦਰ ਰੱਬੀ ਦਰਗਾਹ ਦੇ ਅੰਦਰ ਇਹ ਨਿਆਂ ਹੈ। ਪਰ ਇਸ ਗੱਲ ਦੀ ਸਮਝ ਕਦੋਂ ਪੈਂਦੀ ਹੈ? ਜਨ ਨਾਨਕ ਅਗੰਮ ਵਿਚਾਰਿਆ। ਅਗੰਮ ਦਾ ਮਤਲਬ ਅਪਹੁੰਚ। ਜਿਹੜਾ ਇਨਸਾਨ ਅਗੰਮ ਪ੍ਰਭੂ ਦੀ ਵਿਚਾਰ ਕਰਦਾ ਹੈ ਕਿ ਉਤਪਤੀ, ਲੈਤਾ, ਪਾਲਣਾ, ਸੰਚਾਲਨ ਹੁਕਮ ਵਿੱਚ ਹੋ ਰਿਹਾ ਹੈ, ਰੱਬੀ ਗੁਣਾਂ ਦੀ ਵਿਚਾਰ ਕਰਦਾ ਹੈ, ਉਹਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ, ਉਹਦੇ ਅੰਦਰ ਕਾਮਨ ਸੈਂਸ ਪੈਦਾ ਹੁੰਦੀ ਹੈ, ਔਰ ਉਹ ਇਸ ਚੀਜ਼ ਨੂੰ ਸਮਝ ਲੈਂਦਾ ਹੈ ਕਿ ਜੋ ਵੀ ਗੁਰੂ ਦੇ ਵਿਰੋਧ ਵਿੱਚ ਜਾਏਗਾ, ਸ਼ੁਭ ਗੁਣਾਂ ਤੋਂ ਉਲਟ ਜਾਏਗਾ, ਸੱਚ ਨਾਲੋਂ ਟੁੱਟੇਗਾ, ਉਹ ਆਤਮਕ ਮੌਤ ਤੇ ਮਰ ਜਾਏਗਾ। ਔਰ ਇਸ ਗੱਲ ਦੀ ਸਮਝ ਉਹਨੂੰ ਪਵੇਗੀ ਜਿਸ ਨੇ ਅਗੰਮ ਨੂੰ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਦੇ ਅੰਦਰ, ਆਪਣੀ ਸੋਚ ਦੇ ਅੰਦਰ ਵਸਾਇਆ ਹੈ। ਦੂਜੇ ਨੂੰ ਸਮਝ ਨਹੀਂ ਪਏਗੀ। ਰੀਜਨ ਉਹਦਾ ਇਹ ਹੈ ਕਿ ਉਹਨੇ ਗੁਣਾਂ ਦੇ ਆਨੰਦ ਨੂੰ ਮਾਣਿਆ ਹੀ ਨਹੀਂ, ਸੱਚੇ ਸੁੱਚੇ ਜੀਵਨ ਨੂੰ ਜਾਣਿਆ ਹੀ ਨਹੀਂ, ਉਹਨੂੰ ਇਨਸਾਨੀਅਤ ਦੀ ਵੈਲਿਊ ਦੀ ਨਹੀਂ ਨਾ ਪਤਾ, ਜਿਸ ਨੇ ਇਨਸਾਨੀਅਤ ਵਾਲੀ ਜ਼ਿੰਦਗੀ ਨਹੀਂ ਜੀਵੀ, ਜਿਨਨੇ ਮੇਰੀ ਤਰ੍ਹਾਂ ਗੱਲਾਂ ਤੇ ਬਹੁਤ ਕੀਤੀਆਂ ਨੇ, ਲੇਕਿਨ ਜ਼ਿੰਦਗੀ ਨਹੀਂ ਜੀਵੀ, ਤਾਂ ਸਮਝ ਨਹੀਂ ਨਾ ਪਏਗੀ। ਹੁਣ ਇੱਕ ਆਦਮੀ ਇਹ ਤੈਰਨ ਬਾਰੇ ਲੈਕਚਰ ਦੇ ਸਕਦਾ ਹੈ, ਹੋ ਸਕਦਾ ਹੈ ਉਹ ਤੈਰਨ ਬਾਰੇ PhD ਵੀ ਕਰ ਲਵੇ, ਲੈਕਚਰ ਵੀ ਕਰੇ, ਤੇ ਜੇ ਉਹਨੂੰ ਕਹੇ ਵੀ ਸਮੁੰਦਰ ਵਿੱਚ ਤਾਰੀ ਲਾ, ਤੇ ਉਹ ਕਹੇ ਮੈਨੂੰ ਤੈਰਨਾ ਨਹੀਂ ਆਉਂਦਾ। ਹੁਣ ਪੁਸਤਕਾਂ ਪੜ੍ਹ ਕੇ ਮੈਂ ਤੈਰਨ ਬਾਰੇ ਲੈਕਚਰ ਯਾਦ ਕਰ ਸਕਦਾ ਹਾਂ। ਹੋ ਸਕਦਾ ਹੈ ਤੈਰਨ ਵਾਲਾ ਬੰਦਾ ਉਹ ਲੈਕਚਰ ਉਹੋ ਜਿਹਾ ਨਾ ਕਰ ਸਕੇ, ਲੇਕਿਨ ਤੈਰਨਾ ਤੇ ਮੈਨੂੰ ਨਹੀਂ ਆਉਂਦਾ। ਮੈਂ ਤੈਰਨ ਦੇ ਆਨੰਦ ਨੂੰ ਤਾਂ ਨਹੀਂ ਮਾਣ ਸਕਾਂਗਾ ਨਾ ਗੱਲਾਂ ਨਾਲ। ਇਸੇ ਤਰ੍ਹਾਂ ਰੱਬੀ ਗੁਣਾਂ ਦੀਆਂ ਗੱਲਾਂ ਤਾਂ ਕੋਈ ਕਰ ਸਕਦਾ ਹੈ, ਧਰਮ ਦੀਆਂ ਗੱਲਾਂ ਕੋਈ ਵੀ ਕਰ ਲਏਗਾ,
ਪਰ ਉਹਦੇ ਨਾਲ ਗੁਣਾਂ ਦਾ ਜਾਂ ਧਰਮ ਦਾ ਆਨੰਦ ਨਹੀਂ ਆਉਣਾ, ਕਿਉਂਕਿ ਉਹਨੇ ਉਹਨਾਂ ਨੂੰ ਅਮਲ ਵਿੱਚ ਨਹੀਂ ਨਾ ਲਿਆਂਦਾ, ਉਹਨੇ ਇੰਪਲੀਮੈਂਟ ਨਹੀਂ ਕੀਤਾ। ਇਸ ਗੱਲ ਦੀ ਸਮਝ ਉਹਨੂੰ ਆ ਜਾਂਦੀ ਹੈ ਜਿਸ ਨੇ ਰੱਬੀ ਗੁਣਾਂ ਨੂੰ ਇੰਪਲੀਮੈਂਟ ਕੀਤਾ ਹੈ, ਜਿਹਨੇ ਅਗੰਮ ਦੀ ਵਿਚਾਰ ਕੀਤੀ ਹੈ, ਅਗੰਮ ਨੂੰ ਮਨ ਵਿੱਚ ਵਸਾਇਆ ਹੈ। ਉਹਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਜੋ ਪੂਰੇ ਸਤਿਗੁਰ ਦਾ ਮੰਦਾ ਚਿਤਵਦਾ ਹੈ ਉਹ ਆਤਮਿਕ ਮੌਤ ਤੇ ਮਰ ਜਾਂਦਾ ਹੈ। ਇਹ ਗੱਲ ਰੱਬੀ ਦਰਗਾਹ ਦੇ ਵਿੱਚ ਵਾਪਰਦੀ ਹੈ, ਇਹ ਨਿਆਂ ਹੁੰਦਾ ਹੈ, ਪਰ ਇਸ ਗੱਲ ਨੂੰ ਉਹ ਸਮਝਦਾ ਹੈ ਜਿਸ ਨੇ ਅਗੰਮ ਦੀ ਵਿਚਾਰ ਕੀਤੀ ਹੈ। ਪੌੜੀ, ਸੱਚ ਸੁੱਤਿਆਂ ਜਿਨੀ ਅਰਾਧਿਆ ਜਾਂ ਉੱਠੇ ਤਾਂ ਸੱਚ ਚਵੇ। ਇਹਨੂੰ ਸੁੱਤਿਆ ਨਹੀਂ ਬੋਲਣਾ, ਜੇ ਬੋਲਾਂਗੇ ਨਾ ਸੁੱਤਿਆ ਤੇ ਇਹ ਸੰਬੋਧਨ ਹੋ ਜਾਏਗਾ ਸੈਕੰਡ ਪਰਸਨ ਨੂੰ। ਇੱਥੇ ਹੈ ਸੁੱਤਿਆਂ ਹੋਇਆਂ, ਸੁੱਤਿਆਂ, ਸੱਚ ਸੁੱਤਿਆਂ ਜਿਨੀ ਅਰਾਧਿਆ ਜਾਂ ਉੱਠੇ ਤਾਂ ਸੱਚ ਚਵੇ। ਜਿਹੜੇ ਮਨੁੱਖ ਸੁੱਤੇ ਹੋਏ ਵੀ ਸੱਚ ਦੀ ਅਰਾਧਨਾ ਕਰਦੇ ਨੇ, ਔਰ ਜਦੋਂ ਉੱਠਦੇ ਨੇ ਉਦੋਂ ਵੀ ਉਹ ਸੱਚ ਬੋਲਦੇ ਨੇ, ਯਾਨੀ ਸੁੱਤਿਆਂ ਜਾਗਦਿਆਂ ਉਹ ਸੱਚ ਦੇ ਨਾਲ ਜੁੜੇ ਹੋਏ ਨੇ। ਹਮੇਸ਼ਾ ਸੁੱਤਿਆਂ ਜਾਗਦਿਆਂ ਸੱਚ ਦੇ ਨਾਲ ਜੁੜੇ ਰਹਿੰਦੇ ਨੇ। ਕਈ ਵਾਰ ਐਸਾ ਹੁੰਦਾ ਹੈ ਕਿ ਅਸੀਂ ਦਿਨ ਦੇ ਅੰਦਰ ਝੂਠ ਬੋਲਦੇ ਹਾਂ, ਵਿਕਾਰ ਕਮਾਉਂਦੇ ਹਾਂ, ਤੇ ਸਾਨੂੰ ਸੁਪਨੇ ਵੀ ਉਸੇ ਟਾਈਪ ਦੇ ਆਉਂਦੇ ਨੇ। ਬੇਸ਼ੱਕ ਇਸ ਪੰਕਤੀ ਦਾ ਸੁਪਨਿਆਂ ਦੇ ਨਾਲ ਸੰਬੰਧ ਨਹੀਂ ਹੈ। ਬਹੁਤ ਸਾਰੇ ਲੋਕ ਨੇ, ਉਹਨਾਂ ਨੂੰ ਰਾਤ ਨੂੰ ਦਾਬੇ ਪੈਂਦੇ ਨੇ, ਸੁਪਨੇ ਡਰਾਵਨੇ ਆਉਂਦੇ ਨੇ, ਕੋਈ ਪਹਾੜ ਤੋਂ ਡਿੱਗ ਰਿਹਾ ਹੈ, ਕਿਸੇ ਦੇ ਪਿੱਛੇ ਸ਼ੇਰ ਲੱਗਿਆ ਹੋਇਆ ਹੈ, ਕੋਈ ਪਾਣੀ ਦੇ ਵਿੱਚ ਤੈਰ ਰਿਹਾ ਹੈ, ਕੋਈ ਲੜਾਈ ਝਗੜੇ ਵੇਖ ਰਿਹਾ ਹੈ, ਡਰਾਵਨੇ ਸੁਪਨੇ ਆ ਰਹੇ ਨੇ। ਤਾਂ ਇਹਦਾ ਰੀਜ਼ਨ ਕੀ ਹੈ? ਇੱਕ ਨਾ ਪੁਸਤਕ ਹੈਗੀ ਹੈ ਸੁਪਨੋਂ ਕਾ ਮਨੋਵਿਗਿਆਨ, ਸਿਗਮੰਡ ਫਰਾਇਡ ਦੀ ਲਿਖੀ ਹੈ, ਤੇ ਹਰਜੀਤ ਸਿੰਘ ਮਾਂਗਟ ਨੇ ਇਹਦਾ ਉਲੱਥਾ ਕੀਤਾ ਹੈ। ਉਹਦੇ ਵਿੱਚ ਬਹੁਤ ਵਧੀਆ ਐਕਸਪਲੇਨ ਕੀਤਾ ਗਿਆ ਹੈ। ਉਹ ਸੁਪਨਿਆਂ ਨੂੰ ਪਾਸਟ ਦੇ ਨਾਲ ਵੀ ਜੋੜਦਾ ਹੈ, ਔਰ ਸੁਪਨਿਆਂ ਨੂੰ ਉਹ ਇਹ ਵੀ ਕਹਿੰਦਾ ਕਿ ਜੋ ਸਾਡੀਆਂ ਦਮਿਤ ਇੱਛਾਵਾਂ ਨੇ ਉਹ ਬਦਲਵੇਂ ਰੂਪ ਦੇ ਅੰਦਰ ਸੁਪਨਿਆਂ ਦੇ ਅੰਦਰ ਸਾਨੂੰ ਆਉਂਦੀਆਂ ਨੇ। ਭਗਤ ਕਬੀਰ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਕਬੀਰ ਸੁਪਨੇ ਹੂੰ ਬਰੜਾਏ ਕੇ ਜਾ ਮੁਕਹੀ ਹੈ ਰਾਮ, ਤਾਕੇ ਪਾਕੀ ਪਾਨ ਹੀ ਮੇਰੇ ਤਨ ਕੋ ਚਾਮ। ਕਿ ਸੁਪਨੇ ਦੇ ਵਿੱਚ ਬਰੜਾ ਕੇ ਵੀ ਜੇ ਕੋਈ ਪ੍ਰਭੂ ਦਾ ਨਾਮ ਲੈਂਦਾ, ਰੱਬੀ ਗੁਣਾਂ ਦੀ ਗੱਲ ਕਰਦਾ, ਤਾਂ ਕਬੀਰ ਜੀ ਕਹਿੰਦੇ ਨੇ ਇੰਨਾ ਸਤਿਕਾਰਯੋਗ ਹੈ ਕਿ ਮੇਰੇ ਤਨ ਦੀ ਚਮੜੀ ਉਤਾਰ ਕੇ ਉਹਦੇ ਪੈਰ ਦੀਆਂ ਜੁੱਤੀਆਂ ਬਣਾ ਦੇ। ਹੁਣ ਕਈ ਵਾਰ ਸਵਾਲ ਪੈਦਾ ਹੁੰਦਾ ਹੈ ਵੀ ਬੰਦਾ ਤੇ ਬਰੜਾ ਰਿਹਾ ਹੈ ਸੁਪਨੇ ਦੇ ਅੰਦਰ, ਤੇ ਇੰਨਾ ਸਤਿਕਾਰ ਕਿਉਂ? ਉਹਦਾ ਰੀਜ਼ਨ ਹੈ, ਰਾਤ ਨੂੰ ਸੱਚ ਦਾ ਸੁਪਨਾ ਵੀ ਉਹਨੂੰ ਆਏਗਾ ਜਿਹਦੀ ਦਿਨੇ ਸੋਚ ਸੱਚੀ ਹੋਏਗੀ। ਇਸ ਲਈ ਸੱਚ ਸੁੱਤਿਆਂ ਜਿਨੀ ਅਰਾਧਿਆ ਜਾਂ ਉੱਠੇ ਤਾਂ ਸੱਚ ਚਵੇ। ਜਿਹੜੇ ਸੱਚ ਦੀ ਅਰਾਧਨਾ ਕਰਦੇ ਨੇ ਸੌਣ ਲੱਗਿਆਂ ਵੀ, ਔਰ ਜਿਹੜੇ ਉੱਠਦੇ ਵੀ ਸੱਚ ਬੋਲਦੇ ਨੇ। ਸੇ ਵਿਰਲੇ ਜੁਗ ਮਹਿ ਜਾਣੀਐ ਜੋ ਗੁਰਮੁਖ ਸੱਚ ਰਵੇ। ਜੁਗ ਦਾ ਮਤਲਬ ਮਨੁੱਖਾ ਜਨਮ, ਰਵੇ ਦਾ ਮਤਲਬ ਮਾਣਦੇ ਨੇ, ਗੁਰਮੁਖ ਦਾ ਮਤਲਬ ਗੁਰੂ ਦੇ ਜਰੀਏ। ਇਸ ਜਗਤ ਦੇ ਅੰਦਰ ਐਸੇ ਵਿਰਲੇ ਮਨੁੱਖ ਨੇ ਜਿਹੜੇ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸੱਚ ਨੂੰ ਮਾਣਦੇ ਨੇ। ਸੱਚ ਰਵੇ ਦਾ ਮਤਲਬ ਸੱਚ ਬੋਲਦੇ, ਸੱਚ ਸੁਣਦੇ, ਸੱਚ ਵੇਖਦੇ, ਯਾਨੀ ਸੱਚ ਦਾ ਆਨੰਦ ਮਾਣਦੇ ਨੇ। ਵਿਰਲੇ ਲੋਕ ਨੇ, ਹੈਨ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ। ਤੇ ਤੁਸੀਂ ਚਾਰ ਚੁਫੇਰੇ ਸਮਾਜ ਵਿੱਚ ਵੇਖ ਵੀ ਸਕਦੇ ਹੋ ਕਿ ਕਿੰਨੇ ਕੁ ਲੋਕ ਨੇ ਜੋ ਸੱਚ ਦਾ ਆਨੰਦ ਮਾਣ ਰਹੇ ਨੇ। ਨਹੀਂ ਤਾਂ ਆਮ ਜਿਹੜਾ ਬੰਦਾ ਹੈ, ਕਿਸੇ ਦੇ ਵਿੱਚ ਈਰਖਾ, ਕਿਤੇ ਦਵੇਸ਼, ਕਿਤੇ ਲਾਲਚ, ਕਿੰਨਾ ਕੁਛ ਵਾਪਰਦਾ ਹੋਇਆ ਸਾਨੂੰ ਜ਼ਿੰਦਗੀ ਵਿੱਚ ਦਿਸਦਾ ਹੈ ਦੂਜੇ ਲੋਕਾਂ ਵਿੱਚ। ਤੇ ਜਦੋਂ ਅਸੀਂ ਆਪਣੇ ਵੱਲ ਝਾਤੀ ਮਾਰਦੇ ਹਾਂ, ਆਪਣਾ ਜਦੋਂ ਅਸੀਂ ਸੈਲਫ ਐਨਾਲਿਸਿਸ ਕਰਦੇ ਹਾਂ ਇਮਾਨਦਾਰੀ ਨਾਲ, ਤੇ ਸਾਡੇ ਅੰਦਰੋਂ ਵੀ ਤੇ ਆਵਾਜ਼ ਆਉਂਦੀ ਕਿ ਸੱਚ ਦਾ ਆਨੰਦ ਤੇ ਅਸੀਂ ਵੀ ਨਹੀਂ ਮਾਣ ਰਹੇ। ਸੱਚ ਦਾ ਆਨੰਦ ਅਸੀਂ ਵੀ ਨਹੀਂ ਮਾਣ ਰਹੇ। ਵਿਰਲੇ ਨੇ ਨਾ ਸੱਚ ਮੰਨਦੇ ਨੇ, ਯਾਨੀ ਜੋ ਮਨ ਬਚਨ ਕਰਮ ਕਰਕੇ ਸੱਚੇ ਨੇ। ਰਾਜਨੀਤਿਕ ਦੁਨੀਆ ਵਿੱਚ ਵੇਖੋ ਕਿੰਨੇ ਸਾਡੇ ਐਮਐਲਏ, ਐਮਪੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਨੇ ਜੋ ਨਿਰੋਲ ਸੱਚ ਦੇ ਨਾਲ ਜੁੜੇ ਨੇ। ਆਰਥਿਕ ਦੁਨੀਆ ਵਿੱਚ ਵੇਖੋ ਕਿੰਨੇ ਕੁ ਲੋਕ ਨੇ ਜੋ ਆਪਣਾ ਵਪਾਰ, ਵਸਤੂਆਂ ਦੀ ਉਤਪਤੀ, ਵੇਚਣਾ, ਖਰੀਦਣਾ,
ਬਿਲਕੁਲ ਇਮਾਨਦਾਰੀ ਨਾਲ ਕਰ ਰਹੇ ਨੇ, 2 ਨੰਬਰ ਦੇ ਧੰਦੇ ਨਹੀਂ ਕਰਦੇ। ਹੈ ਨਾ, ਘੱਟ ਨੇ, ਮਤਲਬ ਸਾਰਿਆਂ ਦੀ ਗੱਲ ਨਹੀਂ, ਕਿੰਨੇ ਕੁ ਨੇ। ਸਮਾਜਿਕ ਦੁਨੀਆ ਵਿੱਚ ਵੇਖੋ ਕਿੰਨੇ ਕੁ ਲੋਕ ਨੇ ਜੋ ਸੱਚ ਨਾਲ ਜੁੜੇ ਨੇ, ਕਿ ਜੋ ਜਾਤੀਵਾਦ ਨੂੰ ਨਹੀਂ ਮੰਨਦੇ, ਜਿਨ੍ਹਾਂ ਦੇ ਅੰਦਰ ਮੇਰ ਤੇਰ ਦੇ ਵਿਤਕਰੇ ਨਹੀਂ, ਕਿੰਨੇ ਕੁ ਲੋਕ ਨੇ। ਧਾਰਮਿਕ ਦੁਨੀਆ ਵਿੱਚ ਵੇਖੋ ਕਿੰਨੇ ਕੁ ਲੋਕ ਨੇ ਜਿਹੜਾ ਸੱਚ ਦਾ ਆਨੰਦ ਮਾਣ ਰਹੇ ਨੇ। ਨਹੀਂ ਤੇ ਆ ਲੋਕੀ ਕਰਮ ਕਾਂਡਾਂ ਵਿੱਚ ਹੀ ਉਲਝੇ ਨੇ, ਫੋਟੋਆਂ ਨੂੰ ਭੋਗ ਲਵਾ ਲਿਆ, ਤੀਰਥਾਂ ਤੇ ਨਾ ਆਏ, ਸਮਾਧੀਆਂ ਲਾ ਲਈਆਂ, ਪਾਣੀ ਵਿੱਚ ਬਹਿ ਗਏ, ਪਹਾੜ ਤੇ ਚੜ ਗਏ, ਤਿਆਗ ਕਰ ਲਿਆ, ਵਿਖਾਵੇ ਦੀ ਪਾਠ ਪੂਜਾ ਕਰ ਲਈ, ਜਾਂ ਹੋਰ ਐਸੇ ਕਰਮ ਕਰ ਲਏ। ਸੱਚ ਦਾ ਆਨੰਦ ਕਿੰਨੇ ਕੁ ਮਾਣ ਰਹੇ ਨੇ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਕਿੰਨੇ ਕੁ ਲੋਕ ਨੇ ਜਿਹੜੇ ਇਹਨਾਂ ਤੇ ਅਮਲ ਕਰ ਰਹੇ। ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰੂ ਰਾਹੀਂ ਸੱਚ ਦਾ ਆਨੰਦ ਮਾਣਦੇ ਨੇ ਉਹ ਇਸ ਜਗਤ ਦੇ ਅੰਦਰ ਵਿਰਲੇ ਨੇ। ਅਸਲੀ ਜ਼ਿੰਦਗੀ ਦਾ ਆਨੰਦ ਹੈ ਅਸਲੀਅਤ ਨੂੰ ਜਾਣ ਕੇ ਜ਼ਿੰਦਗੀ ਜੀਣੀ, ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋਣਾ ਔਰ ਸਚਿਆਰ ਬਣ ਜਾਣਾ। ਐਸੇ ਵਿਰਲੇ ਲੋਕ ਨੇ। ਹਉ ਬਲਿਹਾਰੀ ਤਿਨ ਕੋ ਜੇ ਅਨਦਿਨ ਸੱਚ ਲਵੇ। ਲਵੇ ਦਾ ਮਤਲਬ ਹੁੰਦਾ ਬੋਲਣਾ। ਮੈਂ ਉਹਨਾਂ ਤੋਂ ਸਦਕੇ ਹਾਂ, ਬਲਿਹਾਰ ਹਾਂ, ਜੋ ਦਿਨ ਰਾਤ, ਅਨਦਿਨ ਦਾ ਮਤਲਬ ਹਰ ਰੋਜ਼ ਭਾਵ ਹਰ ਸਮੇਂ ਸੱਚ ਬੋਲਦੇ ਨੇ। ਉਹਨਾਂ ਤੋਂ ਕੁਰਬਾਨ, ਉਹਨਾਂ ਤੋਂ ਵਾਰ ਨਹੀਂ ਸਕਦੇ, ਕਿਉਂਕਿ ਸੱਚ ਹੀ ਸਾਡੀਆਂ ਸਮੱਸਿਆਵਾਂ ਦਾ ਹੱਲ ਹੈ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ। ਸੱਚ ਹੀ ਸਾਨੂੰ ਸਚਿਆਰਤਾ ਤੱਕ ਲੈ ਕੇ ਜਾਏ। ਜਿਸ ਦਿਨ ਦੁਨੀਆ ਅੰਦਰ ਸੱਚ ਪ੍ਰਗਟ ਹੋ ਜਾਏਗਾ ਉਸ ਦਿਨ ਰਿਸ਼ਵਤਖੋਰੀ, ਚੋਰ ਬਾਜ਼ਾਰੀ, 2 ਨੰਬਰ ਦੇ ਧੰਦੇ ਖਤਮ ਹੋ ਜਾਣਗੇ। ਜਿਸ ਦਿਨ ਮਨੁੱਖੀ ਜ਼ਿੰਦਗੀ ਔਰ ਸਮਾਜ ਅੰਦਰ ਸੱਚ ਹੋਏਗਾ ਉਸ ਦਿਨ ਜਾਤੀਵਾਦ ਔਰ ਮੇਰ ਤੇਰ ਦੇ ਵਿਤਕਰੇ ਖਤਮ ਹੋ ਜਾਣਗੇ। ਜਿਸ ਦਿਨ ਮਨੁੱਖੀ ਜ਼ਿੰਦਗੀ ਅੰਦਰ ਸੱਚ ਆ ਜਾਏਗਾ ਉਸ ਦਿਨ ਆਚਰਣਹੀਨਤਾ ਨਹੀਂ ਰਹੇਗੀ, ਬਲਾਤਕਾਰ ਨਹੀਂ ਹੋਣਗੇ, ਚੋਰੀਆਂ ਨਹੀਂ ਹੋਣਗੀਆਂ। ਇਸ ਲਈ ਸੱਚ ਹੀ ਸਾਡੇ ਜੀਵਨ ਦਾ ਜਿਹੜਾ ਹੈ ਮਹਾਨ ਗੁਣ ਹੈ। ਤਾਂ ਗੁਰੂ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਵਾਰਨੇ ਸਦਕੇ ਹਾਂ ਜੋ ਹਰ ਪਲ ਸੱਚ ਬੋਲਦੇ ਨੇ। ਜਿਨ ਮਨ ਤਨ ਸੱਚਾ ਭਾਵਦਾ ਸੇ ਸੱਚੀ ਦਰਗਾਹ ਗਵੇ। ਗਵੇ ਦਾ ਮਤਲਬ ਪਹੁੰਚਦੇ ਨੇ, ਗਮਨ। ਜਿਨ੍ਹਾਂ ਮਨੁੱਖਾਂ ਨੂੰ ਮਨ ਵਿੱਚ ਔਰ ਸਰੀਰ ਵਿੱਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ ਉਹ ਸੱਚੀ ਦਰਗਾਹ ਵਿੱਚ ਪਹੁੰਚਦੇ ਨੇ, ਉਹ ਸੱਚੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ। ਕੌਣ? ਜਿਨ੍ਹਾਂ ਨੂੰ ਮਨ ਵਿੱਚ ਔਰ ਤਨ ਵਿੱਚ, ਦੇਖੋ ਮਨ ਦੇ ਨੰਨੇ ਨਾਲ ਤਨ ਦੇ ਨੰਨੇ ਨਾਲ ਸਿਹਾਰੀ ਹੈ, ਮਨ ਕਰਕੇ ਤਨ ਕਰਕੇ ਸੱਚਾ ਪਿਆਰਾ ਲੱਗਦਾ ਹੈ, ਸੱਚੇ ਦਾ ਹੁਕਮ ਪਿਆਰਾ ਲੱਗਦਾ ਹੈ। ਯਾਨੀ ਜਿਨ੍ਹਾਂ ਦੇ ਮਨ ਵਿੱਚ ਵੀ ਸੱਚ ਹੈ, ਜਿਨ੍ਹਾਂ ਦੇ ਕਰਮ ਵੀ ਸੱਚੇ ਨੇ, ਜੋ ਮਨ ਕਰਕੇ ਤਨ ਕਰਕੇ ਸੱਚੇ ਪ੍ਰਭੂ ਦੀ ਪ੍ਰੀਤ ਵਿੱਚ ਨੇ, ਜਿਨ੍ਹਾਂ ਦੀ ਮਾਨਸਿਕਤਾ ਵਿੱਚ ਵੀ ਸੱਚੇ ਪ੍ਰਭੂ ਦੇ ਗੁਣ ਨੇ, ਜਿਨ੍ਹਾਂ ਦੇ ਬਿਹੇਵੀਅਰ ਵਿੱਚ ਵੀ ਸੱਚੇ ਪ੍ਰਭੂ ਦੇ ਗੁਣ ਨੇ, ਉਹ ਰੱਬ ਦੀ ਦਰਗਾਹ ਵਿੱਚ ਪਹੁੰਚ ਜਾਂਦੇ ਨੇ। ਹੁਣ ਇੱਥੇ ਨਾ ਸਾਡੀ ਇੱਕ ਸਮੱਸਿਆ ਦਾ ਹੱਲ ਹੋ ਰਿਹਾ ਹੈ। ਰੱਬ ਦੀ ਦਰਗਾਹ ਵਿੱਚ ਪਹੁੰਚਣਾ ਕੀ ਹੈ? ਮਨ ਔਰ ਤਨ ਕਰਕੇ ਸੱਚੇ ਕਰਮ ਕਰਨਾ ਹੀ ਰੱਬ ਦੀ ਦਰਗਾਹ ਵਿੱਚ ਪਹੁੰਚਣਾ ਹੈ। ਇਹ ਆਪਣੇ ਆਪ ਦੇ ਵਿੱਚ ਹੀ ਰੱਬ ਦੀ ਦਰਗਾਹ ਹੈ। ਜੋ ਮਨ ਤਨ ਕਰਕੇ ਸੱਚੇ ਕਰਮ ਕਰਦੇ ਨੇ ਉਹ ਰੱਬੀ ਦਰਗਾਹ ਵਿੱਚ ਕੱਪੜੇ ਹੋਏ ਨੇ। ਜਨ ਨਾਨਕ ਬੋਲੇ ਸੱਚ ਨਾਮ, ਸੱਚ ਸੱਚਾ ਸਦਾ ਨਵੇਂ। ਨਵੇਂ ਦਾ ਮਤਲਬ ਨਵਾਂ, ਹਰ ਵੇਲੇ ਪਿਆਰਾ ਲੱਗਣ ਵਾਲਾ, ਕਿਉਂਕਿ ਨਵੀਂ ਚੀਜ਼ ਸਾਨੂੰ ਪਿਆਰੀ ਲੱਗਦੀ ਹੈ ਨਾ। ਅਸੀਂ ਇੱਕ ਫੋਨ ਲੈਂਦੇ ਹਾਂ, ਅਗਲੇ ਸਾਲ ਨਵਾਂ ਮਾਡਲ ਆ ਗਿਆ ਤਾਂ ਸਾਨੂੰ ਪਹਿਲਾ ਫੋਨ ਓਪਰਾ ਜਿਹਾ ਲੱਗਣ ਲੱਗ ਜਾਂਦਾ, ਫਿਰ ਅਸੀਂ ਨਵਾਂ ਮਾਡਲ ਲੈਂਦੇ ਹਾਂ। ਕੱਪੜੇ ਅਸੀਂ ਲੈ ਕੇ ਆਉਂਦੇ ਹਾਂ, 1-2 ਵਾਰੀ ਪਾਉਂਦੇ ਹਾਂ, ਫਿਰ ਨਵਾਂ ਸੂਟ ਲੈਣ ਤੇ ਜੀ ਕਰਦਾ ਹੈ। ਹਰ ਨਵੀਂ ਚੀਜ਼ ਪਿਆਰੀ ਲੱਗਦੀ ਹੈ। ਤੇ ਗੁਰੂ ਜੀ ਕਹਿੰਦੇ ਨੇ ਪ੍ਰਭੂ ਹਰ ਟਾਈਮ ਹੀ ਨਵਾਂ ਹੈ, ਹਰ ਟਾਈਮ ਪਿਆਰਾ ਲੱਗਣ ਵਾਲਾ ਹੈ। ਜਨ ਨਾਨਕ ਬੋਲੇ ਸੱਚ ਨਾਮ। ਗੁਰੂ ਜੀ ਕਹਿੰਦੇ ਨੇ ਮੈਂ ਦਾਸ ਨਾਨਕ ਤਾਂ ਉਸ ਪ੍ਰਭੂ ਦੇ ਹੁਕਮ ਦੀ ਗੱਲ ਕਰਦਾ ਹਾਂ, ਉਸ ਪ੍ਰਭੂ ਦੇ ਗੁਣ ਗਾਉਂਦਾ ਹਾਂ। ਕਿਉਂ? ਕਿ ਸੱਚ ਸੱਚਾ ਸਦਾ ਨਵੇਂ, ਜੋ ਸਦਾ ਥਿਰ ਰਹਿਣ ਵਾਲਾ ਹੈ ਔਰ ਹਰ ਵੇਲੇ ਨਵਾਂ ਹੈ, ਹਰ ਵੇਲੇ ਪਿਆਰ ਹੈ, ਪਿਆਰ ਦਾ ਰੂਪ ਹੈ, ਹਰ ਵੇਲੇ ਪਿਆਰਾ ਲੱਗਦਾ ਹੈ। ਮੈਂ ਉਸ ਸੱਚੇ ਦੇ ਗੁਣ ਗਾਉਂਦਾ ਹਾਂ, ਸੱਚੇ ਦੇ ਹੁਕਮ ਦੀ ਗੱਲ ਕਰਦਾ ਹਾਂ,
ਸੱਚ ਦੇ ਨਾਲ ਜੁੜਦਾ ਹਾਂ ਔਰ ਸੱਚੇ ਪ੍ਰਭੂ ਦੇ ਗੁਣ ਗਾਉਂਦਾ, ਸੱਚੇ ਦੀ ਰਜ਼ਾ ਵਿੱਚ ਤੁਰਦਾ ਹਾਂ, ਜੋ ਹਮੇਸ਼ਾ ਨਵਾਂ ਹੈ, ਪਿਆਰਾ ਹੈ। ਸ਼ਲੋਕ ਮਹਿਲਾ ਚੌਥਾ। ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ। ਸਵਣਾ ਜਾਗਣਾ ਤੇ ਕੀ ਸੌਣਾ ਤੇ ਕੀ ਜਾਗਣਾ। ਗੁਰਮੁਖ ਤੇ ਪ੍ਰਵਾਨ, ਜੋ ਮਨੁੱਖ ਸਤਿਗੁਰ ਦੇ ਸਨਮੁਖ ਰਹਿੰਦਾ ਹੈ, ਉਹਨਾਂ ਵਾਸਤੇ ਦੋਵੇਂ ਹਾਲਤਾਂ ਇੱਕੋ ਜਿਹੀਆਂ ਨੇ, ਸੌਣਾ ਵੀ ਔਰ ਜਾਗਣਾ। ਗੁਰਮੁਖ ਤੇ ਪ੍ਰਵਾਨ, ਜਿਹੜੇ ਇਨਸਾਨ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ, ਜਿਨ੍ਹਾਂ ਨੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦਿੱਤਾ ਹੈ, ਜੋ ਮਨ ਬਚਨ ਔਰ ਕਰਮ ਕਰਕੇ ਗੁਰੂ ਦੇ ਗਿਆਨ ਦੇ ਧਾਰਨੀ ਨੇ, ਉਹਨਾਂ ਦਾ ਸੌਣਾ ਕੀ ਤੇ ਜਾਗਣਾ ਕੀ, ਉਹਨਾਂ ਦੇ ਦੋਵੇਂ ਪ੍ਰਵਾਨ ਨੇ, ਕਿਉਂਕਿ ਉਹਨਾਂ ਨੇ ਗਲਤ ਕਰਮ ਕੋਈ ਨਹੀਂ ਕਰਨਾ। ਸਾਡੇ ਵਰਗੇ ਜਾਗਦੇ ਵੀ ਗੁਰੂ ਨਾਲੋਂ ਟੁੱਟੇ ਹੋਏ ਨੇ, ਤੇ ਜੋ ਗੁਰੂ ਦੇ ਦੱਸੇ ਰਾਹ ਤੇ ਤੁਰੇ ਨੇ, ਉਹ ਸੁੱਤੇ ਹੋਏ ਵੀ ਜਾਗਦੇ ਨੇ। ਉਹ ਜਾਗਦੇ ਨੇ ਤਾਂ ਠੀਕ ਹੈ, ਸੁੱਤੇ ਨੇ ਤਾਂ ਠੀਕ ਹੈ। ਯਾਨੀ ਉਹਨਾਂ ਦਾ ਦਿਨ ਰਾਤ ਹਰ ਵਕਤ ਉਹਨਾਂ ਦਾ ਪ੍ਰਵਾਨ ਹੈ, ਕਿਉਂਕਿ ਉਹ ਪ੍ਰਵਾਨਿਤ ਕਰਮ ਕਰ ਰਹੇ ਨੇ, ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਰਹੇ ਨੇ, ਗੁਰੂ ਦੇ ਗਿਆਨ ਨੂੰ, ਗੁਰੂ ਦੀ ਵਿਚਾਰਧਾਰਾ ਨੂੰ ਉਹਨਾਂ ਨੇ ਮਨ ਕਰਕੇ, ਤਨ ਕਰਕੇ ਅਪਣਾ ਲਿਆ ਹੈ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਸੇ ਪੂਰੇ ਪੁਰਖ ਪ੍ਰਧਾਨ। ਸਾਸ ਦਾ ਮਤਲਬ ਸਵਾਹ ਲੈਂਦੇ ਆ, ਸਵਾਸ ਲੈਂਦੇ ਆ, ਤੇ ਗਿਰਾਸ ਦਾ ਮਤਲਬ ਗੁਰੂ ਕੀ ਮੂੰਹ ਚ ਪਾਉਂਦੇ ਆ, ਖਾਂਦੇ ਆ ਪੀਂਦੇ ਆ। ਜਿਨ੍ਹਾਂ ਨੂੰ, ਉਹਨਾਂ ਨੂੰ ਇੱਕ ਦਮ ਵੀ ਪ੍ਰਭੂ ਨਹੀਂ ਵਿਸਰਦਾ, ਉਹ ਮਨੁੱਖ ਸਰਬ ਗੁਣ ਸੰਪੂਰਨ ਤੇ ਉੱਤਮ ਹੁੰਦੇ ਨੇ। ਪੂਰੇ ਦਾ ਮਤਲਬ ਸਰਬ ਗੁਣ ਸੰਪੂਰਨ, ਪ੍ਰਧਾਨ ਦਾ ਮਤਲਬ ਉੱਤਮ। ਉਹਨਾਂ ਲੋਕਾਂ ਨੂੰ ਉਹ ਸੁੱਤੇ ਜਾਂ ਜਾਗਦੇ ਦਿਸਦੇ ਨੇ, ਪਰ ਉਹ ਹਮੇਸ਼ਾ ਪ੍ਰਭੂ ਵਿੱਚ ਲੀਨ ਨੇ। ਸਾਡੇ ਵਾਸਤੇ ਉਹ ਬੰਦਾ ਜਾਗ ਰਿਹਾ ਹੈ, ਉਹ ਸੁੱਤਾ ਹੈ, ਲੇਕਿਨ ਜੋ ਪ੍ਰਭੂ ਦੇ ਨਾਲ ਜੁੜਿਆ ਹੈ, ਉਹ ਹਰ ਵੇਲੇ ਹੀ ਸੱਚ ਦੇ ਵਿੱਚ ਲੀਨ ਹੈ, ਜਾਗਦਾ ਵੀ ਸੁੱਤਾ ਵੀ। ਤਾਂ ਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਨੂੰ ਸਾਸ ਗਰਾਸ ਭਾਵ ਹਰ ਪਲ ਖਾਂਦਿਆਂ ਪੀਂਦਿਆਂ ਪਹਿਨਦਿਆਂ ਜਾਗਦਿਆਂ ਪ੍ਰਭੂ ਨਹੀਂ ਵਿਸਰਦਾ, ਰੱਬੀ ਗੁਣ ਨਹੀਂ ਵਿਸਰਦੇ, ਜੋ ਸੱਚ ਦੇ ਵਿੱਚ ਹਮੇਸ਼ਾ ਲੀਨ ਨੇ, ਉਹ ਸਰਬ ਗੁਣ ਸੰਪੂਰਨ ਨੇ। ਅਸਲ ਦੇ ਅੰਦਰ ਉਹ ਪੂਰੇ ਇਨਸਾਨ ਨੇ, ਉਹੀ ਪ੍ਰਧਾਨ ਨੇ, ਉਹੀ ਮੁਖੀ ਨੇ, ਉਹੀ ਸਤਿਕਾਰਯੋਗ ਨੇ। ਕਰਮੀ ਸਤਿਗੁਰ ਪਾਈ ਹੈ, ਅਨਦਿਨ ਲੱਗੇ ਧਿਆਨ। ਪ੍ਰਭੂ ਦੀ ਮਿਹਰ ਨਾਲ ਸਤਿਗੁਰ ਮਿਲਦਾ ਹੈ, ਤੇ ਹਰ ਵੇਲੇ ਸੁੱਤਿਆਂ ਤੇ ਜਾਗਦਿਆਂ ਜੀਵ ਦਾ ਧਿਆਨ ਪ੍ਰਭੂ ਦੇ ਵਿੱਚ ਜੁੜਿਆ ਰਹਿੰਦਾ ਹੈ। ਹੁਣ ਇੱਥੇ ਧਿਆਨ ਦਾ ਮਤਲਬ ਇਹ ਨਹੀਂ ਕਿ ਦਿਨ ਰਾਤ ਸਮਾਧੀ ਲੱਗੀ ਰਹਿੰਦੀ ਹੈ। ਹੁਣ ਜੇ ਦਿਨ ਰਾਤ ਸਮਾਧੀ ਲਾ ਕੇ ਬੈਠੇ ਰਹੋਗੇ, ਖਾਓਗੇ ਕਦੋਂ, ਪੀਓਗੇ ਕਦੋਂ, ਕੰਮ ਕਦੋਂ ਕਰੋਗੇ, ਦੁਨੀਆਦਾਰੀ ਕਿਵੇਂ ਚੱਲੇਗੀ। ਇੱਥੇ ਧਿਆਨ ਦਾ ਮਤਲਬ ਹੈ ਕਿ ਸੁਰਤ ਸੱਚ ਦੇ ਅੰਦਰ ਜੁੜੀ ਰਹਿੰਦੀ ਹੈ, ਉਹਦੀ ਸੋਚ ਦੇ ਅੰਦਰ ਹਮੇਸ਼ਾ ਸੱਚ ਵਸ ਜਾਂਦਾ ਹੈ। ਜਿਨ੍ਹਾਂ ਨੂੰ ਭਾਗਾਂ ਕਰਕੇ ਗੁਰੂ ਮਿਲ ਗਿਆ ਹੈ, ਜਿਨ੍ਹਾਂ ਦੇ ਅੰਦਰ ਸ਼ੁਭ ਲੇਖ ਲਿਖੇ ਨੇ, ਭਾਵ ਜਿਨ੍ਹਾਂ ਦੇ ਅੰਦਰ ਸੰਸਕਾਰ ਨੇ, ਜਿਨ੍ਹਾਂ ਨੇ ਉਦਮ ਕਰਕੇ ਗੁਰੂ ਨੂੰ ਪਾ ਲਿਆ, ਉਹਨਾਂ ਦਾ ਦਿਨ ਰਾਤ ਧਿਆਨ ਫਿਰ ਸੱਚ ਦੇ ਵਿੱਚ ਲੱਗਾ ਰਹਿੰਦਾ ਹੈ। ਤਿੰਨਗੀ ਸੰਗਤ ਮਿਲ ਰਹਾ, ਦਰਗਾਹ ਪਾਈ ਮਾਨ। ਇਹਨੂੰ ਰਹਾ ਨਹੀਂ ਪੜਨਾ, ਰਹਾ ਉੱਤਮ ਪੁਰਖ ਦੀ ਗੱਲ ਹੋ ਰਹੀ ਹੈ, ਤੇ ਪਾਈ ਨਹੀਂ ਪੜਨਾ, ਇਹਨੂੰ ਪੜਨਾ ਹੈ ਪਾਈ, ਮੈਂ ਪਾਵਾਂ। ਮੇਰਾ ਚਿੱਤ ਲੋਚਦਾ ਹੈ ਕਿ ਮੈਂ ਵੀ ਉਹਨਾਂ ਦੀ ਸੰਗਤ ਕਰਾਂ, ਔਰ ਮੈਂ ਵੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਮਾਣ ਪਾਵਾਂ। ਜਿਨ੍ਹਾਂ ਨੂੰ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਪ੍ਰਭੂ ਨਹੀਂ ਵਿਸਰਦਾ, ਜੋ ਹਰ ਟਾਈਮ ਰੱਬੀ ਗੁਣਾਂ ਅਨੁਸਾਰ ਜ਼ਿੰਦਗੀ ਜੀਂਦੇ ਨੇ, ਮੈਂ ਵੀ ਉਹਨਾਂ ਦੀ ਸੰਗਤ ਕਰਾਂ ਤੇ ਮੈਂ ਵੀ ਮਾਣ ਪਾਵਾਂ। ਇਹਦਾ ਮਤਲਬ ਜੇ ਅਸੀਂ ਇਸ ਰਾਹ ਤੇ ਤੁਰੀਏ ਤਾਂ ਸਾਨੂੰ ਵੀ ਮਾਣ ਮਿਲ ਸਕਦਾ ਹੈ। ਕੋਈ ਵੀ ਜਿਹੜਾ ਇਨਸਾਨ ਚਾਹੇ ਐਸੀ ਜ਼ਿੰਦਗੀ ਜੀ ਸਕਦਾ ਹੈ। ਸੌਂਦੇ ਵਾਹ ਵਾਹ ਉਛਰੇ, ਉੱਠਦੇ ਵੀ ਵਾਹ ਕਰੇ। ਇਹਨੂੰ ਵਾਹੋ ਵਾਹ ਨਹੀਂ ਪੜਨਾ, ਵਾਹ ਵਾਹ। ਸਤਿਗੁਰ ਦੇ ਸਨਮੁਖ ਜਿਹੜੇ ਹੋਏ ਵਡਭਾਗੀ ਜਿਉੜੇ ਨੇ, ਸੌਂਦੇ ਵਾਹ ਵਾਹ ਉਚਰੇ, ਉਹ ਸੌਣ ਲੱਗੇ ਵੀ ਪ੍ਰਭੂ ਦੀ ਸਿਫਤ ਕਰਦੇ ਨੇ, ਹਮੇਸ਼ਾ ਉਹ ਸ਼ੁਕਰਾਨੇ ਵਿੱਚ ਨੇ। ਉੱਠਦੇ ਵੀ ਵਾਹ ਕਰੇਨ, ਤੇ ਜੇ ਉੱਠਦੇ ਨੇ ਤੇ ਵਾਹ ਵਾਹ ਕਰਦੇ ਆ, ਹੈਰਾਨ ਕਰ ਦੇਣ ਵਾਲੀ ਖੁਸ਼ੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੁੰਦੀ ਹੈ। ਕਿਉਂਕਿ ਜਦੋਂ ਅਸੀਂ ਇਸ ਜਗਤ ਨੂੰ ਵੇਖਦੇ ਹਾਂ ਨਾ, ਵੇਖਣ ਦਾ ਨਜ਼ਰੀਆ ਹੈ ਹਰ ਵਕਤ ਹੀ ਵਾਹ ਵਾਹ ਨਿਕਲੇਗੀ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ, ਹੇ ਪ੍ਰਭੂ,
ਜਦੋਂ ਤੇਰੀ ਇਸ ਕਾਇਨਾਤ ਨੂੰ ਮੈਂ ਕਿਸੇ ਪਾਸਿਓਂ ਵੀ ਤੱਕਦਾ ਤਾਂ ਮੇਰੀ ਜ਼ਿੰਦਗੀ 'ਚ ਵਿਸਮਾਦ ਪੈਦਾ ਹੁੰਦਾ ਹੈ। ਵਾਹ 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 ਨਿਕਲਦੀ। ਹੁਣ ਸਾਨੂੰ ਇਹ ਦੁਨੀਆ ਕਿਵੇਂ ਦੀ ਦਿਸ ਰਹੀ ਹੈ ਤੇ ਗੁਰੂ ਜੀ ਵਾਹ ਵਾਹ ਕਰ ਰਹੇ ਨੇ ਕਿ ਹੇ ਪ੍ਰਭੂ ਵਾਹ, ਗਾਵਨ ਤੁਧ ਨੂੰ ਕੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ। ਉਹਨਾਂ ਨੂੰ ਹਰ ਚੀਜ਼ ਗਾਉਂਦੀ ਹੋਈ ਨਜ਼ਰੀ ਪੈ ਰਹੀ, ਉਹਨਾਂ ਨੂੰ ਮੋਰ ਪਪੀਹੇ ਕੂਕਦੇ ਹੋਏ ਨਜ਼ਰੀ ਪੈ ਰਹੇ ਨੇ, ਗਾਉਂਦੇ ਹੋਏ ਪ੍ਰਤੀਤ ਹੋ ਰਹੇ ਨੇ, ਸੰਗੀਤ ਸੁਣਾਈ ਦੇ ਰਿਹਾ। ਉਹਨਾਂ ਨੂੰ ਇਹ ਸੰਸਾਰ ਪ੍ਰਭੂ ਦੀ ਆਰਤੀ ਕਰਦਾ ਹੋਇਆ ਨਜ਼ਰੀ ਪੈ ਰਿਹਾ ਹੈ। ਤਾਂ ਉਹ ਸੌਂਦੇ ਉੱਠਦੇ ਜਾਗਦੇ ਹਮੇਸ਼ਾ ਸ਼ੁਕਰਾਨੇ ਵਿੱਚ ਨੇ, ਪ੍ਰਭੂ ਦੀ ਸਿਫਤ ਕਰਦੇ ਨੇ। ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸੰਮਾਲੇਨ। ਸੰਮਾਲੇਨ ਦਾ ਮਤਲਬ ਯਾਦ ਕਰਦੇ ਨੇ, ਉੱਠ ਦਾ ਮਤਲਬ ਉੱਠ ਕੇ, ਸੁਚੇਤ ਹੋ ਕੇ। ਉਹ ਮੂੰਹ ਉਜਵਲ ਨੇ ਜੋ ਸਦਾ ਸੁਚੇਤ ਰਹਿ ਕੇ ਪ੍ਰਭੂ ਦਾ ਗੁਣ ਗਾਉਂਦੇ ਨੇ, ਪ੍ਰਭੂ ਦੇ ਗੁਣਾਂ ਨੂੰ ਯਾਦ ਰੱਖਦੇ ਨੇ। ਇਹ ਨਹੀਂ ਵੀ ਸਵੇਰੇ ਉੱਠ ਕੇ ਇੱਕ ਵਾਰੀ ਗੁਣ ਯਾਦ ਕਰ ਲੈ। ਉੱਠ ਦਾ ਮਤਲਬ ਸੁਚੇਤ ਹੋ ਕੇ, ਸਾਰੀ ਜ਼ਿੰਦਗੀ ਉਹ ਸੁਚੇਤ ਰਹਿੰਦੇ ਨੇ। ਅਸੀਂ ਅਚੇਤ ਹੋ ਜਾਂਦੇ ਹਾਂ ਨਾ, ਜਦੋਂ ਬੰਦਾ ਅਚੇਤ ਹੋਇਆ ਕਿਸੇ ਦੀ ਨਿੰਦਿਆ ਕਰਨ ਲੱਗ ਜਾਏਗਾ, ਝੂਠ ਬੋਲਣ ਲੱਗ ਜਾਏਗਾ, ਮਾੜਾ ਕੋਈ ਕਰਮ ਕਰ ਪਵੇਗਾ। ਲੇਕਿਨ ਰੱਬ ਦੇ ਪਿਆਰੇ ਸੁਚੇਤ ਨੇ, ਉਹ ਕੁਛ ਐਸਾ ਨਹੀਂ ਕਰਦੇ। ਉਹ ਹਮੇਸ਼ਾ ਸੁਚੇਤ ਹੋ ਕੇ ਗੁਣਾਂ ਨੂੰ ਯਾਦ ਰੱਖਦੇ ਨੇ ਤੇ ਉਹਨਾਂ ਦੇ ਮੁਖ ਉਜਵਲ ਨੇ, ਉਹਨਾਂ ਨੂੰ ਮਾਣ ਆਦਰ ਸਤਿਕਾਰ ਮਿਲਦਾ ਹੈ। ਮਹਿਲਾ ਚੌਥਾ। ਸਤਿਗੁਰ ਸੇਵੀਐ ਆਪਣਾ ਪਾਈਐ ਨਾਮ ਅਪਾਰ। ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰੀਏ, ਗੁਰੂ ਦੇ ਦੱਸੇ ਰਾਹ ਤੇ ਤੁਰੀਏ। ਅਪਾਰ ਦਾ ਮਤਲਬ ਨਾ ਮੁੱਕਣ ਵਾਲਾ, ਜਿਹਦਾ ਪਾਰ ਹੀ ਨਹੀਂ ਪਾਇਆ ਜਾਂਦਾ, ਉਸ ਪ੍ਰਭੂ ਨੂੰ ਪਾ ਲਈਦਾ। ਇੱਥੇ ਨਾਮ ਜਿਹੜਾ ਹੈ ਰੱਬ ਵਾਸਤੇ ਵਰਤਿਆ ਗਿਆ, ਉਸ ਰੱਬ ਨੂੰ ਪਾ ਲਈਦਾ ਜੇ ਗੁਰੂ ਦੀ ਸੇਵਾ ਕੀਤੀ ਜਾਏ। ਯਾਨੀ ਗੁਰੂ ਦੇ ਦੱਸੇ ਰਾਹ ਤੇ ਤੁਰਨਾ ਹੀ ਰੱਬ ਨੂੰ ਪਾ ਲੈਣਾ ਹੈ। ਇਹ ਇੰਟਰ ਰਿਲੇਟਡ ਨੇ ਚੀਜ਼ਾਂ। ਦੇਖੋ ਕਿੰਨਾ ਸੌਖਾ ਕੰਮ ਹੈ ਕਿ ਗੁਰੂ ਦੇ ਦੱਸੇ ਰਾਹ ਤੇ ਤੁਰਿਆ, ਅਪਾਰ ਪ੍ਰਭੂ ਨੂੰ ਪਾ ਲਈਦਾ, ਉਹਦੇ ਵਿੱਚ ਲੀਨ ਹੋ ਜਾਈਦਾ। ਤੇ ਗੁਰੂ ਦੀ ਸੇਵਾ ਕੀ ਹੈ? ਜਿਹੜੀਆਂ 6 ਗੱਲਾਂ ਆਪਾਂ ਵਿਚਾਰੀਆਂ ਨੇ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਓ ਤੇ ਜਿਹੜਾ ਪਾਰ ਤੋਂ ਰਹਿਤ ਪ੍ਰਭੂ ਹੈ ਉਹਨੂੰ ਪਾ ਲਓ, ਉਹਦੇ ਵਿੱਚ ਲੀਨ ਹੋ ਜਾਓ। ਭੌਜਲ ਡੁੱਬਦਿਆਂ ਕੱਢ ਲਏ, ਹਰ ਦਾਤ ਕਰੇ ਦਾਤਾਰ। ਇਹਨੂੰ ਡੁੱਬਦਿਆਂ ਨਹੀਂ ਪੜਨਾ, ਡੁੱਬਦਿਆਂ। ਹਰ ਦਾਤ ਕਰੇ ਦਾਤਾਰ ਦਾ ਮਤਲਬ ਜੋ ਦਾਤਾਂ ਬਖਸ਼ਣ ਵਾਲਾ ਹੈ, ਦਾਤਾਂ ਦੇਣ ਵਾਲਾ ਹਰੀ, ਸੰਸਾਰ ਸਾਗਰ ਵਿੱਚ ਡੁੱਬਦੇ ਹੋਏ ਨੂੰ ਬਚਾ ਲੈਂਦਾ ਹੈ। ਜੇ ਗੁਰੂ ਨੂੰ ਸੇਵੀਏ, ਗੁਰੂ ਦੇ ਦੱਸੇ ਰਾਹ ਤੇ ਤੁਰੀਏ, ਉਹਦੇ ਗੁਣ ਗਾਈਏ। ਤੇ ਭੌਜਲ ਦਾ ਮਤਲਬ ਵਿਕਾਰਾਂ ਦੀਆਂ ਘੁੰਮਣ ਘੇਰੀਆਂ, ਈਰਖਾ, ਦਵੇਸ਼, ਵੈਰ, ਵਿਰੋਧ ਵਗੈਰਾ ਵਗੈਰਾ। ਇਹਨਾਂ ਦੇ ਵਿੱਚ ਡੁੱਬਣ ਤੋਂ, ਇਹਨਾਂ ਵਿੱਚ ਡੁੱਬ ਕੇ ਆਤਮਕ ਮੌਤ ਤੇ ਮਰਨ ਤੋਂ ਦਾਤਾਂ ਦੇਣ ਵਾਲਾ ਦਾਤਾ ਬਚਾ ਲੈਂਦਾ ਹੈ। ਧਨ ਧਨ ਸੇ ਸ਼ਾਹ ਹੈ ਜੇ ਨਾਮ ਕਰੇ ਵਾਪਾਰ। ਇਹਨੂੰ ਸਾਹ ਨਹੀਂ ਪੜਨਾ। ਜੇ ਸਾਹ ਪੜਾਂਗੇ ਅਰਥ ਬਣ ਜਾਏਗਾ ਸਵਾਸ। ਜਿੱਥੇ ਅਰਥ ਸਵਾਸ ਹੋਵੇ ਉੱਥੇ ਸਾਹ ਪੜਨਾ ਹੈ। ਲੇਕਿਨ ਜਿੱਥੇ ਇਹਦਾ ਮੀਨਿੰਗ ਸ਼ਾਹੂਕਾਰ ਹੋਵੇ ਉੱਥੇ ਸ਼ਾਹ ਬੋਲਣਾ ਹੋਵੇਗਾ। ਧਨ ਧਨ ਸੇ ਸ਼ਾਹ ਹੈ ਜੇ ਨਾਮ ਕਰੇ ਵਪਾਰ। ਜੋ ਸ਼ਾਹ ਨਾਮ ਦਾ ਵਪਾਰ ਕਰਦੇ ਨੇ, ਨਾਮ ਦੀ ਰਾਸ ਪੂੰਜੀ ਹੁਕਮ ਵਿੱਚ ਜ਼ਿੰਦਗੀ ਜੀਂਦੇ ਨੇ, ਉਹ ਵੱਡੇ ਭਾਗਾਂ ਵਾਲੇ ਨੇ। ਨਾਮ ਦਾ ਮਤਲਬ ਹੁਕਮ, ਨਾਮ ਦੀ ਰਾਸ ਰਾਹੀਂ ਵਪਾਰ ਕਰਦੇ ਨੇ, ਯਾਨੀ ਸੱਚੀ ਜ਼ਿੰਦਗੀ ਜੀਂਦੇ ਨੇ, ਜੋ ਰੱਬੀ ਰਜ਼ਾ ਦੇ ਵਿੱਚ ਜੀਵਨ ਜੀਂਦੇ ਨੇ, ਉਹ ਸ਼ਾਹ ਧੰਤਾ ਯੋਗ ਨੇ। ਯਾਨੀ ਉਹ ਲੋਕ ਅਸਲ ਅਮੀਰ ਨੇ, ਉਹ ਲੋਕ ਅਸਲ ਧਨਵੰਤ, ਕੁਲਵੰਤ ਔਰ ਪਤਵੰਤ ਨੇ, ਜੋ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਂਦੇ ਨੇ। ਵਣਜਾਰੇ ਸਿੱਖ ਆਮਦੇ ਸ਼ਬਦ ਲੰਘਾਵਣ ਹਾਰ। ਕਿਉਂਕਿ ਇਹੋ ਜਿਹਾ ਵਣਜ ਕਰਨ ਵਾਲੇ ਜੋ ਸਿੱਖ ਗੁਰੂ ਦੇ ਕੋਲ ਆਉਂਦੇ ਨੇ, ਸੱਚ ਦਾ ਵਪਾਰ ਕਰਨ ਵਾਲੇ ਵਣਜਾਰੇ ਸਿੱਖ ਗੁਰੂ ਦੇ ਕੋਲ ਆਉਂਦੇ ਨੇ। ਸ਼ਬਦ ਲੰਘਾਵਣ ਹਾਰ, ਸ਼ਬਦ ਦੇ ਦੱਦੇ ਨਾਲ ਸਿਹਾਰੀ, ਸ਼ਬਦ ਰਾਹੀਂ, ਉਪਦੇਸ਼ ਰਾਹੀਂ, ਗਿਆਨ ਰਾਹੀਂ ਗੁਰੂ ਉਹਨਾਂ ਨੂੰ ਸੰਸਾਰ ਤੋਂ ਪਾਰ ਕਰ ਦਿੰਦਾ ਹੈ। ਗੁਰੂ ਉਹਨਾਂ ਨੂੰ ਗਿਆਨ ਦੀ ਦਾਤ ਦਿੰਦਾ ਹੈ, ਵੇ ਆਫ ਲਾਈਫ ਦੱਸਦਾ ਹੈ। ਤੇ ਗੁਰੂ ਦੇ ਸਿੱਖ ਉਸ ਵੇ ਆਫ ਲਾਈਫ ਨੂੰ ਅਪਣਾ ਕੇ ਸੰਸਾਰ ਸਾਗਰ ਤੋਂ, ਵਿਕਾਰਾਂ ਚੋਂ ਪਾਰ ਉਤਰ ਜਾਂਦੇ ਨੇ। ਜਨ ਨਾਨਕ ਜਿਨ ਕੋ ਕਿਰਪਾ ਭਈ ਤਿਨ ਸੇਵਿਆ ਸਿਰਜਨਹਾਰ। ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਤੇ ਸਤਿਗੁਰ ਦੀ ਕਿਰਪਾ ਹੁੰਦੀ ਹੈ
ਉਹਨਾਂ ਨੇ ਸਿਰਜਣਹਾਰ ਪ੍ਰਭੂ ਨੂੰ ਸੇਵਿਆ ਹੈ। ਸੇਵਿਆ ਦਾ ਮਤਲਬ ਹੁੰਦਾ ਹੈ ਰਜਾ ਦੇ ਵਿੱਚ ਤੁਰਨਾ। ਉਹ ਪ੍ਰਭੂ ਦੀ ਰਜਾ ਦੇ ਅੰਦਰ ਤੁਰੇ ਨੇ, ਜਿਨ੍ਹਾਂ ਤੇ ਕਿਰਪਾ ਹੋਈ ਹੈ, ਤੇ ਜੋ ਕਿਰਪਾ ਚਾਹੁੰਦੇ ਨੇ ਉਹ ਰੱਬ ਦੀ ਰਜਾ ਵਿੱਚ ਤੁਰਨ। ਇਹ ਇੰਟਰਰਿਲੇਟਡ ਚੀਜ਼ਾਂ ਨੇ, ਯਾਨੀ ਰੱਬੀ ਰਜਾ ਵਿੱਚ ਤੁਰ ਕੇ ਅਸੀਂ ਪ੍ਰਭੂ ਦੀ ਕਿਰਪਾ ਦੇ ਪਾਤਰ ਬਣਦੇ ਹਾਂ, ਔਰ ਕਿਰਪਾ ਹੋ ਜਾਂਦੀ ਹੈ, ਕਿਉਂਕਿ ਕਿਰਪਾ ਤੇ ਚਾਰ ਚੁਫੇਰੇ ਹੋ ਰਹੀ ਹੈ। ਅਸੀਂ ਉਹਨੂੰ ਯੂਜ਼ ਕਰਨਾ ਹੈ, ਮੰਨਣਾ ਹੈ। ਰੱਬ ਦੀ ਰਜਾ ਤੇ ਇਸ ਦੁਨੀਆ ਵਿੱਚ ਹੈ, ਹਰ ਥਾਂ ਤੇ ਵਰਤ ਰਹੀ। ਅਸੀਂ ਉਸ ਰੱਬ ਦੀ ਰਜਾ ਮੁਤਾਬਕ ਜ਼ਿੰਦਗੀ ਜੀਣੀ ਹੈ, ਤੇ ਜਿਨ੍ਹਾਂ ਨੇ ਰੱਬ ਦੀ ਰਜਾ ਦੇ ਅੰਦਰ ਜ਼ਿੰਦਗੀ ਜੀਵੀ, ਉਹਦੀ ਕਿਰਪਾ ਦੇ ਪਾਤਰ ਬਣ ਗਏ। ਪੌੜੀ, ਸੱਚ ਸੱਚੇ ਕੇ ਜਨ ਭਗਤ ਹੈ, ਸੱਚ ਸੱਚਾ ਜਿਨੀ ਅਰਾਧਿਆ। ਜੋ ਮਨੁੱਖ ਸੱਚੇ ਹਰੀ ਦਾ ਸੱਚਮੁੱਚ ਭਜਨ ਕਰਦੇ ਨੇ, ਆਰਾਧਨ ਕਰਦੇ ਨੇ, ਗੁਣ ਗਾਉਂਦੇ ਨੇ, ਅਸਲੀ ਰੱਬ ਦੇ ਭਗਤ ਉਹ ਹੀ ਨੇ। ਸੱਚ ਸੱਚਾ ਜਿਨੀ ਅਰਾਧਿਆ, ਸੱਚ ਸੱਚਾ ਦਾ ਮਤਲਬ ਜਿਨ੍ਹਾਂ ਨੇ ਸੱਚੀ ਮੁੱਚੀ ਰੱਬ ਦੀ ਆਰਾਧਨਾ ਕੀਤੀ ਹੈ, ਮਨ, ਬਚਨ ਔਰ ਕਰਮ ਕਰਕੇ, ਜਿਹੜੇ ਰੱਬ ਦੇ ਗੁਣਾਂ ਦੇ ਧਾਰਨੀ ਹੋਏ ਨੇ, ਜਿਨ੍ਹਾਂ ਦੀ ਮੈਂਟੈਲਿਟੀ ਵਿੱਚ ਵੀ ਸੱਚ ਹੈ, ਬੋਲਾਂ ਵਿੱਚ ਵੀ ਸੱਚ ਹੈ, ਬਿਹੇਵੀਅਰ ਵਿੱਚ ਵੀ ਸੱਚ, ਜੋ ਨਿਰਭੈਤਾ, ਨਿਰਵੈਰਤਾ, ਦਇਆ, ਇਨਸਾਨੀਅਤ ਨੂੰ ਆਪਣੀ ਮੈਂਟੈਲਿਟੀ ਵਿੱਚ ਵੀ ਵਸਾਈ ਬੈਠੇ ਨੇ, ਬੋਲਾਂ ਵਿੱਚ ਵੀ ਔਰ ਵਿਹਾਰ ਵਿੱਚ ਵੀ ਅਸਲ ਦੇ ਅੰਦਰ ਰੱਬ ਦੇ ਸੱਚੇ ਭਗਤ, ਰੱਬ ਦੇ ਸੱਚੇ ਪਿਆਰੇ ਉਹ ਲੋਕ ਨੇ। ਜਿਨ ਗੁਰਮੁਖ ਖੋਜ ਢੰਡੋਲਿਆ, ਤਿਨ ਅੰਦਰੋਂ ਹੀ ਸੱਚ ਲਾਧਿਆ। ਲਾਧਿਆ ਦਾ ਮਤਲਬ ਲੱਧਾ, ਲੱਭ ਲਿਆ। ਢੰਡੋਲਿਆ ਦਾ ਮਤਲਬ ਖੋਜਿਆ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਗੁਰੂ ਦੇ ਗਿਆਨ ਮੁਤਾਬਕ, ਗੁਰੂ ਦੀ ਸ਼ਰਨ ਵਿੱਚ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਢੂੰਡਦੇ ਨੇ, ਉਹ ਆਪਣੇ ਅੰਦਰੋਂ ਹੀ ਰੱਬ ਨੂੰ ਲੱਭ ਲੈਂਦੇ, ਕਿਉਂਕਿ ਰੱਬ ਅੰਦਰ ਹੈ। ਮਨ ਤੂੰ ਜੋਤ ਸਰੂਪ ਹੈ, ਰੱਬੀ ਗੁਣ ਅੰਦਰ ਨੇ, ਤੇ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਬੰਦੇ ਅੰਦਰੋਂ ਲੱਭ ਲੈਂਦੇ ਨੇ, ਭਾਵ ਉਹਨੂੰ ਮਾਨ ਲੈਂਦੇ ਨੇ, ਵੇਖ ਲੈਂਦੇ ਨੇ। ਉਹਨਾਂ ਨੂੰ ਵਿਸ਼ਵਾਸ ਆ ਜਾਂਦਾ ਕਿ ਗੱਲ ਤਾਂ ਬਿਲਕੁਲ ਠੀਕ ਹੈ, ਜਿੰਨੇ ਵੀ ਗੁਣ ਨੇ ਮੇਰੇ ਅੰਦਰ ਵਾਸਤਵ ਵਿੱਚ ਹੈਗੇ ਨੇ, ਔਰ ਇਹ ਹਕੀਕਤ ਹੈ। ਮੈਂ ਰੋਜ਼ ਬੇਨਤੀ ਕਰ ਰਿਹਾ ਕਿ ਦੁਨੀਆ ਦੇ ਹਰ ਇਨਸਾਨ ਦੇ ਅੰਦਰ ਗੁਣ ਮੌਜੂਦ ਨੇ, ਸਿਰਫ ਇਹਨਾਂ ਨੂੰ ਯੂਜ਼ ਕਰਨਾ ਹੈ। ਸਤ ਸੰਤੋਖ ਮੇਰੇ ਤੁਹਾਡੇ ਸਾਰਿਆਂ ਵਿੱਚ ਹੈ ਨੇ। ਇਹ ਗੱਲ ਵੱਖਰੀ ਕਿ ਅਸੀਂ ਉਹਨਾਂ ਨੂੰ ਯੂਜ਼ ਨਹੀਂ ਕਰ ਰਹੇ, ਪ੍ਰਯੋਗ ਨਹੀਂ ਕਰ ਰਹੇ, ਵਰਤੋਂ ਵਿੱਚ ਨਹੀਂ ਲਿਆ ਰਹੇ। ਜਦੋਂ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਆ, ਉਹਨਾਂ ਨੂੰ ਵਰਤੋਂ ਵਿੱਚ ਲਿਆਉਂਦੇ ਆ, ਤਾਂ ਸਾਨੂੰ ਅੰਦਰੋਂ ਸਮਝ ਪੈ ਜਾਂਦੀ ਵੀ ਇਹ ਤਾਂ ਵਾਸਤਵ ਦੇ ਵਿੱਚ ਇੱਕ ਸੱਚਾਈ ਹੈ। ਸੱਚ ਸਾਹਿਬ, ਸੱਚ ਜਿਨੀ ਸੇਵਿਆ, ਸੱਚ ਸਾਹਿਬ, ਸੱਚ ਜਿਨੀ ਸੇਵਿਆ, ਕਾਲ ਕੰਟਕ ਮਾਰ ਤਿਨੀ ਸਾਧਿਆ। ਜਿਨ੍ਹਾਂ ਨੇ ਸੱਚਾ ਸਾਈਂ ਸੱਚਮੁੱਚ ਸੇਵਿਆ ਹੈ, ਯਾਨੀ ਸੱਚਮੁੱਚ ਜੋ ਰੱਬੀ ਰਜਾ ਦੇ ਅੰਦਰ ਤੁਰੇ ਨੇ। ਕੰਟਕ ਦਾ ਮਤਲਬ ਕੰਡਾ, ਕਾਲ ਕੰਟਕ ਦਾ ਮਤਲਬ ਕੰਡੇ ਵਰਗਾ ਦੁਖਦਾਈ, ਸਾਧਿਆ ਦਾ ਮਤਲਬ ਜਿੱਤ ਲਿਆ। ਉਹਨਾਂ ਨੇ ਦੁਖਦਾਈ ਕਾਲ ਨੂੰ ਕਾਬੂ ਕਰ ਲਿਆ। ਉਹਨਾਂ ਨੇ ਦੁਖਦਾਈ ਕਾਲ ਨੂੰ ਮਾਰ ਕੇ, ਉਹਨਾਂ ਨੇ ਦੁਖਦਾਈ ਕਾਲ ਨੂੰ ਕਾਬੂ ਕਰ ਲਿਆ। ਦੁਖਦਾਈ ਕਾਲ ਦਾ ਮਤਲਬ ਦੁੱਖ ਦੇਣ ਵਾਲਾ ਸਮਾਂ, ਮੌਤ, ਆਤਮਕ ਮੌਤ। ਹੁਣ ਦੁਖਦਾਈ ਮੌਤ ਹੈ ਨਾ, ਇੱਕ ਤਾਂ ਸਰੀਰਕ ਮੌਤ ਦਾ ਡਰ ਨਹੀਂ ਰਹਿੰਦਾ, ਤੇ ਦੂਜਾ ਹੈ ਕਿੰਨੀ ਦੁਖਦਾਈ ਗੱਲ ਹੈ ਕਿ ਇਨਸਾਨ ਦੇ ਅੰਦਰੋਂ ਇਨਸਾਨੀਅਤ ਮਰ ਜਾਏ। ਤਾਂ ਉਹਨਾਂ ਨੇ ਇਸ ਕਾਲ ਨੂੰ, ਇਸ ਮੌਤ ਨੂੰ ਕਾਬੂ ਵਿੱਚ ਕਰ ਲਿਆ ਹੈ। ਉਹਨਾਂ ਨੂੰ ਫਿਰ ਜਿਹੜੀ ਮੌਤ ਹੈ, ਸਰੀਰਕ ਮੌਤ ਦੁਖਦਾਈ ਨਹੀਂ ਜਾਪਦੀ। ਆਮ ਬੰਦੇ ਨੂੰ ਤੇ ਸਰੀਰਕ ਮੌਤ ਦੁੱਖ ਦੇਣ ਵਾਲੀ ਜਾਪਦੀ ਹੈ, ਘਾਬਰ ਜਾਂਦਾ ਬੰਦਾ। ਪਰ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ, ਰੱਬੀ ਰਜਾ ਨੂੰ ਫੋਲੋ ਕਰਦੇ ਨੇ, ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਇਹ ਮੌਤ ਇੱਕ ਕੁਦਰਤੀ ਵਰਤਾਰਾ ਹੈ, ਇਹਨੇ ਵਰਤਣਾ ਹੀ ਵਰਤਣਾ ਹੈ। ਉਹਨਾਂ ਨੂੰ ਫਿਰ ਮੌਤ ਦਾ ਡਰ ਉਹਨਾਂ ਦਾ ਖਤਮ ਹੋ ਜਾਂਦਾ। ਸੱਚ ਸੱਚਾ ਸਭ ਤੋਂ ਵੱਡਾ ਹੈ, ਸੱਚ ਸੇਵਨ ਸੇ ਸੱਚ ਰਲਾਦਿਆ। ਗੁਰੂ ਜੀ ਕਹਿੰਦੇ ਨੇ ਸੱਚਾ ਰੱਬ ਜਿਹੜਾ ਹੈ, ਸੱਚੀ ਮੁੱਚੀ ਸਭ ਤੋਂ ਵੱਡਾ ਹੈ, ਸੱਚੀ ਮੁੱਚੀ ਵੱਡਾ ਹੈ। ਸੱਚ ਸੇਵਨ, ਜੋ ਸੱਚ ਨੂੰ ਸਿਮਰਦੇ ਨੇ, ਯਾਨੀ ਸੱਚ ਦੀ ਸ਼ਰਨ ਵਿੱਚ ਰਹਿੰਦੇ ਨੇ, ਸੱਚ ਬੋਲਦੇ, ਸੱਚ ਕਮਾਉਂਦੇ, ਸੱਚ ਬੋਲਦੇ ਨੇ ਔਰ ਸੱਚ ਸੋਚਦੇ ਨੇ, ਸੇ ਸੱਚ ਰਲਾਧਿਆ, ਉਹ ਸੱਚ ਦੇ ਅੰਦਰ ਸਮਾ ਜਾਂਦੇ ਨੇ। ਦੇਖੋ, ਪਹਿਲੇ ਸੱਚ ਦੇ ਥੱਲੇ ਔਂਕੜ ਹੈ ਸੱਚ ਸੇਵਨ, ਕਿ ਉਹ ਸੱਚ ਸੇਵਦੇ ਨੇ, ਸੱਚ ਨੂੰ ਸਿਮਰਦੇ ਨੇ, ਯਾਦ ਕਰਦੇ ਨੇ।
ਦੂਜੇ ਸੱਚ ਦੇ ਚੱਚੇ ਨਾਲ ਸਿਹਾਰੀ ਹੈ, ਮਤਲਬ ਸੱਚ ਵਿੱਚ ਉਹ ਇਨਸਾਨ ਸੱਚ ਵਿੱਚ ਹੀ ਰਲ ਜਾਂਦੇ ਨੇ, ਰੱਬ ਦਾ ਹੀ ਰੂਪ ਹੋ ਜਾਂਦੇ ਨੇ। ਸੱਚ ਸੱਚੇ ਨੂੰ ਸ਼ਾਬਾਸ ਹੈ, ਸੱਚ ਸੱਚਾ ਸੇਵ ਫਲਾਧਿਆ। ਫਲਾਧਿਆ ਦਾ ਮਤਲਬ ਫਲ ਪ੍ਰਾਪਤ ਕੀਤਾ। ਧਨ ਹੈ ਸੱਚਾ ਪ੍ਰਭੂ, ਧਨ ਹੈ ਸੱਚਾ ਪ੍ਰਭੂ, ਸ਼ਾਬਾਸ਼ ਹੈ ਸੱਚੇ ਪ੍ਰਭੂ ਨੂੰ, ਧੰਤਾ ਯੋਗ ਹੈ। ਜੋ ਮਨੁੱਖ ਸੱਚਮੁੱਚ ਸੱਚੇ ਦੀ ਆਰਾਧਨਾ ਕਰਦੇ ਨੇ, ਸੱਚ ਸੱਚਾ ਸੇਵ, ਜੋ ਸੱਚਮੁੱਚ ਸੱਚੇ ਦੀ ਆਰਾਧਨਾ ਕਰਦੇ ਨੇ, ਉਹਨਾਂ ਨੂੰ ਉੱਤਮ ਫਲ ਮਿਲਦਾ ਹੈ, ਸੱਚ ਦਾ ਫਲ ਮਿਲਦਾ ਹੈ। ਉੱਤਮ ਫਲ ਕਿਹੜਾ ਹੈ? ਸੁਖ ਦਾ, ਆਨੰਦ ਦਾ, ਖੇੜੇ ਦਾ, ਪ੍ਰਸੰਨਤਾ ਦਾ, ਮੁਕਤੀ ਦਾ, ਪ੍ਰਭੂ ਮਿਲਾਪ ਦਾ। ਉਹਨਾਂ ਦੇ ਜੀਵਨ ਦੇ ਅੰਦਰ ਉੱਤਮ ਫਲ ਉਹਨਾਂ ਨੂੰ ਮਿਲਦਾ ਹੈ, ਯਾਨੀ ਉਹ ਇਨਸਾਨ ਸੁਖੀ ਔਰ ਸ਼ਾਂਤ ਹੋ ਜਾਂਦੇ ਨੇ। ਤਾਂ ਅੱਜ ਦੀ ਜੋ ਵਿਚਾਰ ਹੈ ਉਹਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਉਹ ਆਪਣਾ ਸਵਾਲ ਕਰ ਸਕਦਾ ਹੈ, ਔਰ ਜਿਸ ਵੀਰ ਭੈਣ ਨੇ ਕੋਈ ਆਪਣੇ ਵਿਊਜ਼ ਦੇਣੇ ਨੇ ਅੱਜ ਦੀ ਵਿਚਾਰ ਵਾਸਤੇ, ਉਹ ਆਪਣੇ ਵਿਊਜ਼ ਦੇ ਸਕਦੇ ਨੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ